ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਲੋਕਰਾਣੀ ਚੈਨਲ ਪੰਜਾਬੀ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਵਿੰਦਰ ਸਿੰਘ ਰਾਏਪੁਰ ਮੌਜੂਦ ਨੇ। ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਖਬਰ ਜਿਹੜੀ ਆ ਉਹ ਪੰਜਾਬ ਦੇ ਸਕੂਲਾਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਜੁੜੀ ਹੈ। ਸਰਕਾਰ ਨੇ ਕਿਹਾ ਕਿ ਅਸੀਂ 2 ਅਗਸਤ ਤੋਂ ਸਾਰੇ ਸਕੂਲ ਖੋਲ ਦੇਣੇ ਨੇ। ਮਾਪਿਆਂ ਦੇ ਵਿੱਚ ਚਿੰਤਾ ਹੈ ਕਿ ਜਦੋਂ ਤੀਜੀ ਵੇਵ ਦੀ ਜਿਹੜੀ ਉਹ ਖਦਸ਼ਾ ਜਤਾਇਆ ਜਾ ਰਿਹਾ ਕਿ ਤੀਜੀ ਵੇਵ ਕਰੋਨਾ ਦੀ ਆ ਸਕਦੀ ਹੈ। ਅਜਿਹੇ ਹਾਲਾਤਾਂ ਦੇ ਵਿੱਚ ਸਕੂਲ ਕਿਉਂ ਖੋਲੇ ਜਾ ਰਹੇ ਨੇ? ਅੱਗੇ ਜਾ ਕੇ ਫਿਰ ਇਲੈਕਸ਼ਨਸ ਵੀ ਨੇ। ਲੋਕ ਇਸ ਲਹਿਜ਼ੇ ਨਾਲ ਵੀ ਦੇਖ ਰਹੇ ਨੇ ਵੀ ਕਿਤੇ ਇਹ ਤਾਂ ਨਹੀਂ ਕਿ ਸਰਕਾਰ ਇੱਕ ਮਾਹੌਲ ਬਣਾਉਣਾ ਚਾਹੁੰਦੀ ਹੈ ਚੋਣਾਂ ਤੋਂ ਪਹਿਲਾਂ ਪਹਿਲਾਂ ਕਿ ਸਕੂਲ ਖੁੱਲ ਜਾਣ, ਫਿਰ ਹੌਲੀ ਹੌਲੀ ਜਿਹੜਾ ਵੋਟਿੰਗ ਹੋਣੀ ਹੈ। ਸਵਾਲ ਬਹੁਤ ਤਰ੍ਹਾਂ ਦੇ ਖੜੇ ਹੁੰਦੇ ਨੇ ਕਿਉਂਕਿ ਕੈਪਟਨ ਸਾਹਿਬ ਇੱਕ ਵਾਰ ਪਹਿਲਾਂ ਆਪ ਵੀ ਕਹਿ ਚੁੱਕੇ ਨੇ ਕਿ ਸਤੰਬਰ ਦੇ ਮਹੀਨੇ 'ਚ ਕਰੋਨਾ ਦੇ ਕਰਕੇ ਕੇਸਾਂ ਦੀ ਗਿਣਤੀ ਜਾਂ ਕਰੋਨਾ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਉਹ ਵੱਧ ਸਕਦੀ ਆ। ਇਸ ਕਰਕੇ ਦੂਜੀ ਖਬਰ ਜਿਹੜੀ ਹੈ ਉਹ ਅਸੀਂ ਗੱਲਬਾਤ ਕਰਾਂਗੇ ਕਿ ਜਿਹੜਾ ਘੁਟਾਲਾ ਆ, ਇੱਕ ਤਾਂ ਸਕਾਲਰਸ਼ਿਪ ਘੁਟਾਲਾ, ਉਹਨੂੰ ਲੈ ਕੇ ਸਰਕਾਰ ਕੀ ਰਹੀ ਹੈ। ਸਰਕਾਰ ਦੇ 2 ਮੰਤਰੀ ਜਿਹੜੇ ਨੇ, ਤਾਂ ਸਾਧੂ ਸਿੰਘ ਧਰਮਸੋਤ ਸਕਾਲਰਸ਼ਿਪ ਘੁਟਾਲੇ ਕਰਕੇ ਤੇ ਦੂਜੇ ਰਾਣਾ ਗੁਰਮੀਤ ਸੋਢੀ, ਉਹ ਕਹਿ ਰਹੇ ਨੇ ਕਿ ਇਸ ਕੇਸ ਬਾਰੇ ਬਹੁਤਿਆਂ ਨੂੰ ਸਮਝ ਨਹੀਂ। ਮੈਂ ਤਾਂ ਸੁਪਰੀਮ ਕੋਰਟ ਦੇ ਵਿੱਚ ਵੀ ਇਸ ਕੇਸ ਦਾ ਆਪਣਾ ਪੱਖ ਰੱਖ ਚੁੱਕਿਆ, ਪਰ ਸਰਕਾਰ ਦੇ ਵਿਧਾਇਕ ਜਿਹੜੇ ਨੇ, ਕਿਉਂਕਿ ਸਰਕਾਰ ਦੇ ਮੰਤਰੀ ਰਾਣਾ ਗੁਰਮੀਤ ਸੋਢੀ ਨੇ, ਕੈਪਟਨ ਸਾਹਿਬ ਦੇ ਨਜ਼ਦੀਕੀ ਨੇ, ਵਿਧਾਇਕ ਵੀ ਜਿਹੜੇ ਵਜ਼ੀਰ ਸਾਹਿਬ ਦੇ ਉੱਤੇ ਸਵਾਲ ਚੁੱਕਦੇ ਨੇ। ਜਾਖੜ ਸਾਹਿਬ ਨੇ ਪਿੱਛੇ ਚਿੱਠੀ ਲਿਖੀ ਸੀ। ਇਹ ਮਾਮਲਾ ਹੋਰ ਵੀ ਗਰਮਾਉਂਦਾ ਜਾ ਰਿਹਾ ਕਿਉਂਕਿ ਸਰਕਾਰ ਨੂੰ ਜਿਹੜੇ ਦਾਗ ਲੱਗੇ ਨੇ ਉਹ ਧੋਣੇ ਮੁਸ਼ਕਲ ਹੋ ਜਾਣੇ ਨੇ। ਅੱਗੋਂ ਇਲੈਕਸ਼ਨਸ ਵੀ ਆ ਰਹੀਆਂ, ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਹੋਰ ਵੀ ਖਬਰਾਂ ਨਾਲੋਂ ਨਾਲ ਹੋਣਗੀਆਂ, ਜਿਵੇਂ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਕਿ ਦਿੱਲੀ ਸਰਕਾਰ ਨੇ, ਕੇਜਰੀਵਾਲ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਲਿਆਂਦਾ ਕਿ ਇਹਨਾਂ ਕਾਨੂੰਨਾਂ ਨੂੰ, ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਉਧਰਲੇ ਪਾਸੇ ਬੀਜੇਪੀ ਕਹਿ ਰਹੀ ਹੈ ਕਿ ਕਿਸੇ ਵੀ ਕੀਮਤ ਤੇ ਸੰਸਦ ਵੱਲੋਂ ਪਾਸ ਕੀਤੇ ਕਾਨੂੰਨ ਰੱਦ ਨਹੀਂ ਕੀਤੇ ਜਾ ਸਕਦੇ। ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਪਰਵਿੰਦਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਜੀ, ਧੰਨਵਾਦ। ਪਰਵਿੰਦਰ ਜੀ, ਕਿੱਦਾਂ ਦੇਖਦੇ ਹੋ? ਸਕੂਲ ਖੋਲਣ ਜਾ ਰਹੀ ਹੈ ਸਰਕਾਰ ਤੇ ਦੂਜੇ ਪਾਸੇ ਮਾਪਿਆਂ ਦੀ ਚਿੰਤਾ ਬਣੀ ਹੋਈ ਹੈ। ਜੀ ਬਿਲਕੁਲ, 2 ਅਗਸਤ ਨੂੰ ਜਿੱਦਾਂ ਕਿਹਾ ਸੁਖਵਿੰਦਰ ਜੀ ਕਿ ਸਕੂਲ ਜਿਹੜੇ ਆ ਖੋਲ ਦਿੱਤੇ ਜਾਣਗੇ। ਲੇਕਿਨ ਜਿਹੜਾ ਬਿਮਾਰੀ ਦਾ ਆਪਾਂ ਕਹਿ ਸਕਦੇ ਕਿ ਡਰ ਸੀਗਾ, ਫਿਲਹਾਲ ਖੌਫ ਸੀ, ਦਹਿਸ਼ਤ ਸੀਗੀ, ਉਹ ਜਿਉਂ ਦੀ ਤਿਉਂ ਵੀ ਬਣੀ ਹੋਈ ਹੈ। ਹਾਲਾਂਕਿ ਲੋਕਾਂ ਨੂੰ ਦੇਖਿਆ ਗਿਆ ਕਿ ਲੋਕ ਆਮ ਬਾਜ਼ਾਰਾਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਭੀੜਾਂ ਜਿਹੜੀਆਂ ਇਕੱਠੀਆਂ ਹੋਣ ਜਾ ਰਹੀਆਂ ਨੇ, ਉਹ ਹੋ ਹੀ ਜਾਂਦੀਆਂ ਨੇ। ਚਲੋ ਹੁਣ ਤਾਂ ਮਾਸਕ ਵੀ ਬਹੁਤ ਘੱਟ ਦਿਖਦਾ ਹੈ। ਲੇਕਿਨ ਜਿਹੜੇ ਜਿੱਦਾਂ ਪਹਿਲਾਂ ਵੀ ਕੁਛ ਮਾਹਰ ਕਹਿ ਲਓ ਜਾਂ ਵਿਗਿਆਨੀ ਕਹਿ ਲਓ ਜਾਂ ਪੋਲੀਟੀਸ਼ੀਅਨ ਕਹਿ ਲਓ, ਲਗਾਤਾਰ ਬਿਆਨਬਾਜ਼ੀ ਕਰਦੇ ਸੀਗੇ ਕਿ ਤੀਜੀ ਵੇਵ ਆਉਣੀ ਹੈ ਤੇ ਆ ਰਹੀ ਹੈ। ਉਹਦੇ ਮੱਦੇਨਜ਼ਰ ਆਪਾਂ ਕਹਿ ਸਕਦੇ ਕਿ ਜੇ ਏਦਾਂ ਦਾ ਫੈਸਲਾ ਲਿਆ ਗਿਆ ਤਾਂ ਇਹ ਪਤਾ ਨਹੀਂ ਕੀ ਸੋਚ ਸਮਝ ਕੇ ਲਿਆ ਗਿਆ। ਜੇ ਏਦਾਂ ਦਾ ਕੋਈ ਖਤਰਾ ਹੈ ਨਹੀਂ ਸੀ, ਫਿਰ ਸਕੂਲ ਬੰਦ ਹੀ ਕਿਉਂ ਕੀਤੇ ਗਏ ਆ? ਜਾਂ ਫਿਰ ਐਂ ਕਹਿ ਲਓ ਕਿ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਨੇ ਉਹਨਾਂ ਨੂੰ ਵੋਟਾਂ, ਜਿਹੜੀਆਂ ਤੁਸੀਂ ਗੱਲ ਕੀਤੀ ਹੈ, ਵੋਟਾਂ ਵੀ ਆ ਰਹੀਆਂ ਨੇ। ਕਈ ਵਾਰ ਕਈ ਏਦਾਂ ਦੇ ਆਪਣੇ ਨਿੱਜੀ ਮਫਾਦ ਵੀ ਹੁੰਦੇ ਨੇ ਕਿ ਕੁਛ ਸਮਾਂ ਖੋਲ ਕੇ ਫਿਰ ਤੀਜੀ ਵੇਵ ਦਾ ਫਿਰ ਰੌਲਾ ਪਾ ਕੇ ਫਿਰ ਬੰਦ ਕਰ ਦਿਆ ਜਾਊਗਾ। ਫੀਸਾਂ ਲੈ ਲੈਣਗੇ, 10 ਦਿਨ ਸਕੂਲ ਲਵਾ ਦਿਓ, ਫੀਸਾਂ ਜਮ੍ਹਾਂ ਧੜਾ ਧੜ, ਫਿਰ ਫੀਸਾਂ ਮੰਗੀਆਂ ਜਾਣਗੀਆਂ ਸਾਰਿਆਂ ਤੋਂ, ਪੇਰੈਂਟਸ ਤੋਂ ਫੀਸਾਂ ਜਮ੍ਹਾਂ ਹੋ ਜਾਣਗੀਆਂ ਪ੍ਰਾਈਵੇਟ ਸਕੂਲਾਂ ਦਾ, ਤੇ ਉਹਨਾਂ ਕੋਲ ਪੈਸਾ ਜਮ੍ਹਾਂ ਹੋ ਜਾਣਾ, ਫਿਰ ਛੁੱਟੀਆਂ ਕਰ ਦੇਣੀਆਂ ਨੇ, ਆਨਲਾਈਨ ਪੜ੍ਹਾਈ ਕਰਾ ਦਿਓ ਜੀ। ਵੇਵ ਆ ਗਈ, ਤੀਜੀ ਵੇਵ ਆ ਗਈ, ਇਹ ਵੀ ਗੱਲ ਹੋ ਸਕਦੀ ਹੈ। ਤੋ ਜੇ ਏਦਾਂ ਦੀ ਕੋਈ ਗੱਲ ਹੈ ਨਹੀਂ ਸੀ ਤੇ ਪਹਿਲਾਂ ਬੰਦ ਕਿਉਂ ਕੀਤੇ? ਤੇ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਰੈਲੀਆਂ ਵਗੈਰਾ ਹੋਈਆਂ ਨੇ, ਚਾਹੇ ਕਾਂਗਰਸ ਦੀਆਂ ਹੋਈਆਂ ਨੇ ਜਾਂ ਅਕਾਲੀ ਦਲ ਕਰਦਾ ਰਿਹਾ ਇਕੱਠ, ਤੇ ਉਹ ਤੋਂ ਇਕੱਠ ਬਕਾਇਦਾ ਤੌਰ ਤੇ ਹੁੰਦੇ ਹੀ ਰਹੇ ਨੇ। ਉਦੋਂ ਵੀ ਇਹ ਫੈਸਲਾ ਨਹੀਂ ਲਿਆ ਗਿਆ। 12ਵੀਂ ਦੇ ਨਤੀਜੇ ਕੱਢ ਦਿੱਤੇ, ਇਹਨਾਂ ਦੇ ਪੇਪਰ ਨਹੀਂ ਲਏ ਗਏ, ਬੜਾ ਕੁਝ ਹੋਇਆ। ਸਿੱਖਿਆ ਪ੍ਰਣਾਲੀ ਜਿਹੜੀ ਹੈਗੀ ਆ ਉਹ ਪਹਿਲਾਂ ਹੀ ਡਾਵਾਡੋਲ ਹੈ ਪੰਜਾਬ ਦੀ, ਦਾ ਖਾਸ ਕਰਕੇ ਦੇਖਿਆ ਜਾਵੇ। ਤੇ ਪੰਜਾਬ ਨੂੰ ਏਦਾਂ ਦੇ ਫੈਸਲੇ ਪੰਜਾਬ ਦੇ ਲਈ ਘਾਤਕੀ ਸਿੱਧ ਹੋਣਗੇ। ਮਾਪੇ ਤਾਂ ਬਿਮਾਰੀ ਕਰਕੇ ਚਿੰਤਤ ਹੈ ਨੇ, ਹਾਲਾਂਕਿ ਪੜ੍ਹਾਈ ਉਹਨਾਂ ਲਈ ਮਹਿੰਗੀ ਸਾਬਤ ਹੋ ਰਹੀ ਹੈ। ਫੀਸਾਂ ਵੀ ਦੇਣ ਲਈ ਕਹੀ ਜਾਂਦੀ ਹੈ ਸਰਕਾਰ। ਆਨਲਾਈਨ ਮੋਬਾਈਲ ਖਰਚੇ, ਨੈਟ ਦੇ ਖਰਚੇ, ਉਹ ਵਾਧੂ। ਬੱਚਿਆਂ ਦੀਆਂ ਅੱਖਾਂ ਖਰਾਬ ਹੋ ਰਹੀਆਂ ਨੇ, ਉਹ ਅਲੱਗ ਚੀਜ਼ਾਂ ਨੇ। ਬੱਚਿਆਂ ਨੂੰ ਮੋਬਾਈਲ ਦੀ ਆਦਤ ਪੈ ਰਹੀ, ਉਹ ਅਲੱਗ ਚੀਜ਼ ਹੈ। ਕੰਮ ਵੀ ਦੇਖੋ ਤੁਸੀਂ ਕਿੰਨਾ ਕਿੰਨਾ, ਕਈ ਬੱਚੇ ਤਾਂ ਸਾਰਾ ਸਾਰਾ ਦਿਨ ਕਹਿੰਦੇ ਸਾਨੂੰ ਕੰਮ ਦਿਆ ਰੱਖਦੇ, ਅਸੀਂ ਮੋਬਾਈਲ ਤੋਂ ਅੱਖਾਂ ਹੀ ਨਹੀਂ ਪਰੇ ਹੁੰਦੀਆਂ ਹੈਗੀਆਂ। ਦੇਖ ਦੇਖ ਕੇ ਬੱਚੇ ਮੋਬਾਈਲ ਕੰਮ ਕਰ ਰਹੇ ਨੇ ਕਾਪੀਆਂ ਤੇ, ਟੀਚਰ ਦਾ ਕੰਮ ਦੇ ਕੇ ਨਿਕਲ ਜਾਂਦੇ ਨੇ। ਇਹ ਆਨਲਾਈਨ ਪੜ੍ਹਾਈ ਥੋੜੀ ਹੈ, ਪ੍ਰੋਸੈਸ ਹੁੰਦਾ ਇੱਕ, ਠੀਕ ਹੈ, ਪ੍ਰੋਸੈਸ ਅਡਾਪਟ ਕੀਤਾ ਇਹਨਾਂ ਨੇ ਬਾਹਰਲਾ ਟੈਕਨੋਲੋਜੀ ਕਹਿ ਕੇ, ਪਰ ਜੇ ਉਹਨਾਂ ਨੂੰ ਉਹ ਵਰਕ ਥੋੜੀ ਦਿੰਦੇ ਨੇ, ਉਹ ਸਿਖਾਉਂਦੇ ਨੇ। ਇੱਥੇ ਤਾਂ ਦੇ ਕੇ ਕੰਮ ਆਪਣਾ ਪੱਲਾ ਝਾੜ ਕੇ ਟੀਚਰ ਤੁਰਦੇ ਬਣਦੇ। ਕਹਿਣ ਦਾ ਭਾਵ ਹੈ ਕਿ ਚੌਤਰਫਾ ਜਿਹੜਾ ਹੈਗਾ ਮਾਪਿਆਂ ਨੂੰ ਨੁਕਸਾਨ ਹੋ ਰਿਹਾ। ਸਕੂਲਾਂ ਦੇ ਵਿੱਚੋਂ ਬੱਚੇ ਘਰਾਂ 'ਚ ਬੈਠ ਕੇ ਬੋਰ ਹੋ ਗਏ ਆ।
ਸਰੀਰਕ ਕੰਮਕਾਰ ਜਿਹੜੇ ਹੈਗੇ, ਜਿਹੜੇ ਬਾਹਰ ਬੱਚੇ ਜਾ ਕੇ ਸਕੂਲ ਦੇ ਵਿੱਚ ਖੇਡਦੇ ਕੁੱਦਦੇ ਸੀ, ਜਾਂ ਇੱਕ ਰੂਟੀਨ ਬਣੀ ਹੁੰਦੀ ਸੀਗੀ ਕਿ ਬਾਹਰ ਜਾਣਾ ਹੈ, ਸਕੂਲ ਜਾਣਾ ਹੈ, ਅਰਲੀ ਉੱਠਣਾ ਹੈ ਤੇ ਤਿਆਰ ਹੋਣਾ ਹੈ, ਆਪਣਾ ਸਕੂਲ ਜਾ ਕੇ ਵਾਪਸ ਆਉਣਾ, ਟਿਊਸ਼ਨ ਜਾਂ ਕੁਛ ਹੋਰ ਕਈ ਬੱਚਿਆਂ ਦੇ ਲਾਏ ਹੁੰਦੇ ਸੀ ਮਾਪਿਆਂ ਨੇ, ਉਹ ਵੀ ਸਾਰਾ ਠੱਪ ਹੋ ਕੇ ਰਹਿ ਗਿਆ। ਘਰਾਂ ਦੇ ਵਿੱਚ ਬੋਰ ਹੋ ਕੇ ਰਹਿ ਗਏ। ਫਿਰ ਇਹ ਗੱਲਾਂ ਕਿਉਂ ਕੀਤੀਆਂ ਗਈਆਂ? ਜੇ ਲਾਗੂ ਹੋਣਾ ਸੀ, ਸਾਰਿਆਂ ਤੇ ਲਾਗੂ ਹੋਣਾ ਚਾਹੀਦਾ ਸੀਗਾ। ਇਹਨਾਂ ਦੀ ਆਪਣੀਆਂ ਰੈਲੀਆਂ ਬਕਾਇਦਾ ਤੌਰ ਤੇ, ਮੀਟਿੰਗਾਂ ਬਕਾਇਦਾ ਤੌਰ ਤੇ, ਬੈਠਕਾਂ ਬਕਾਇਦਾ ਤੌਰ ਤੇ ਹੁੰਦੀਆਂ ਰਹੀਆਂ ਨੇ। ਤੇ ਹੁਣ ਜੇ ਸਕੂਲ ਖੋਲ ਰਹੀ ਹੈ ਤਾਂ ਸਰਕਾਰ ਇਹ ਕੇਵਲ ਤੇ ਕੇਵਲ ਇਹ ਫੈਸਲਾ ਕਰਕੇ ਫਰਮਾਨ ਨਹੀਂ ਜਾਰੀ ਕਰਨਾ ਚਾਹੀਦਾ ਸੀਗਾ। ਸਰਕਾਰ ਦੱਸਦੀ, ਕਲੀਅਰ ਕਰਦੀ ਕਿ ਬਿਮਾਰੀ ਇਸ ਸਥਿਤੀ 'ਚ ਹੈ। ਜੇ ਬਿਮਾਰੀ ਹੈ ਤਾਂ ਕਿਸ ਹੱਦ ਤੱਕ ਹੈ, ਬੱਚਿਆਂ ਨੂੰ ਕਿੰਨਾ ਖਤਰਾ ਹੈ। ਜੇ ਨਹੀਂ ਹੈ ਜਾਂ ਤੀਜੀ ਵੇਵ ਆਉਣੀ ਹੈ ਜਾਂ ਨਹੀਂ ਹੈ, ਤੁਸੀਂ ਕਿਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਇਹ ਗੱਲ ਕਹਿ ਰਹੇ ਹੋ ਕਿ ਵੇਵ ਆਉਣੀ ਨਹੀਂ ਜਾਂ ਨਹੀਂ ਆਉਣੀ, ਆਉਣੀ ਹੈ ਜਾਂ ਨਹੀਂ ਆਉਣੀ ਹੈ? ਤਾਂ ਸਕੂਲਾਂ ਨੂੰ ਸੁਰੱਖਿਅਤ ਰੱਖਣ ਦੇ ਕੀ ਉਹ ਨੇ? ਐਂ ਕਹਿ ਤਾ ਦੇਖੋ, ਮਾਪੇ ਆਪਣੀ ਮਰਜ਼ੀ ਨਾਲ ਭੇਜ ਦੇਣ, ਮਾਪਿਆਂ ਦੀ ਸਹਿਮਤੀ ਜ਼ਰੂਰੀ ਹੈ। ਇਹ ਕੋਈ ਗੱਲ ਥੋੜ੍ਹੀ ਹੈ। ਫੀਸਾਂ ਬਾਰੇ ਇਹ ਨਹੀਂ ਫੈਸਲਾ ਲੈ ਸਕੇ, ਫੀਸਾਂ ਵੀ ਬੱਚਿਆਂ ਦੀਆਂ ਫੀਸਾਂ ਨੇ ਜਿਹੜੀਆਂ ਕਿਉਂ ਲਈਆਂ ਜਾਣ? ਇੱਕ ਤਾਂ ਵਜ਼ਨ ਪਿਆ ਹੋਇਆ ਪਹਿਲਾਂ ਹੀ ਆਲਰੇਡੀ, ਕਿਤਾਬਾਂ ਤੱਕ ਬੱਚਿਆਂ ਦੀਆਂ ਖਰੀਦੀਆਂ ਗਈਆਂ ਨੇ। ਦੂਜਾ ਮੋਬਾਇਲਾਂ ਦੇ ਖਾਤੇ ਬੱਚਿਆਂ ਦੇ ਕੋਲ ਪਿੰਡਾਂ 'ਚ ਨੈਟ ਵਗੈਰਾ ਨਹੀਂ ਹੈਗਾ, ਕਿਤਾ ਵੈਸੇ ਹੀ ਨਹੀਂ ਫੋਨ ਮਿਲਦਾ, ਨੈਟ ਕਿੱਥੋਂ ਚੱਲ ਜਾਣ? ਤੇ ਉਹ ਬੱਚੇ ਕਿਵੇਂ ਪੜ੍ਹ ਰਹੇ ਨੇ ਵਿਚਾਰੇ? ਕਹਿਣ ਦਾ ਭਾਵ ਇਹ ਹੈ, ਇਹ ਇੱਕ ਪਤਾ ਨਹੀਂ, ਸਮਝ ਨਹੀਂ ਲੱਗ ਰਿਹਾ ਕਿ ਸੱਚੀ ਮੁੱਚੀ ਇਹ ਬਿਮਾਰੀ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ, ਇਹਦਾ ਕੀ ਰੋਲ ਰਿਹਾ, ਕਿੰਨਾ ਕੁ ਇਹਦਾ ਖਤਰਾ ਸੀ, ਕੀ ਖਤਰਾ ਸੀ, ਤੀਜੀ ਵੇਵ ਬਾਰੇ ਕਿਉਂ ਭੰਬਲ ਭੁੱਸੇ 'ਚ ਪਾਇਆ ਜਾ ਰਿਹਾ, ਕਿਉਂ ਏਦਾਂ ਦੇ ਵਹਿਮ ਭਰਮ ਖੜੇ ਕਰੇ ਜਾ ਰਹੇ ਨੇ? ਜੇ ਹੈ ਵੇਵ ਹੈ ਔਰ ਬੱਚਿਆਂ ਨੂੰ ਸੱਚੀ ਮੁੱਚੀ ਖਤਰਾ, ਤਾਂ ਸਕੂਲ ਕਿਉਂ ਖੋਲ੍ਹੇ ਜਾ ਰਹੇ ਨੇ? ਸੋ ਇਸ ਬਾਰੇ ਸਥਿਤੀ ਕਲੀਅਰ ਕਰਨੀ ਚਾਹੀਦੀ ਹੈ ਸਰਕਾਰ ਨੂੰ, ਤਾਂ ਕਿ ਜਿਹੜੇ ਪੇਰੈਂਟਸ ਨੇ ਉਹ ਆਪਣੇ ਬੱਚਿਆਂ ਬਾਰੇ ਸੋਚ ਕੇ, ਜਿਹੜੇ ਚਿੰਤਤ ਨੇ, ਉਹਨਾਂ ਦੀ ਚਿੰਤਾ ਦੂਰ ਹੋ ਸਕੇ। ਬਾਕੀ ਜੇ ਬਿਲਕੁਲ ਨਿੱਜੀ ਮਫਾਦਾਂ ਲਈ ਜਾਂ ਕਿਸੇ ਨੂੰ ਨਿੱਜੀ ਮਫਾਦ ਦੇਣੇ ਨੇ ਜਾਂ ਆਪਣੀਆਂ ਚੋਣਾਂ ਦੇਖਣੀਆਂ ਨੇ, ਵੋਟਾਂ ਦੇਖਣੀਆਂ ਨੇ, ਕਿਉਂਕਿ ਕੱਲ੍ਹ ਨੂੰ ਸਕੂਲਾਂ ਵਾਲੇ ਵੀ ਰੌਲਾ ਪਾਉਣਗੇ ਕਿ ਸਾਡੇ ਸਕੂਲ ਬੰਦ ਰੱਖੇ, ਸਾਡੇ ਬਿਜ਼ਨਸ ਬੰਦ ਰੱਖੇ ਤੁਸੀਂ, ਕਾਹਦੀਆਂ ਵੋਟਾਂ? ਤੇ ਉਹਨਾਂ ਨੂੰ ਵੀ ਨੇੜੇ ਲਾਉਣਾ ਤਾਂ ਉਹ ਦੱਸਣ, ਕਲੀਅਰ ਕਰਨ ਉਹ ਵੀ ਗੱਲ। ਇਹ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ, ਜ਼ਿੰਦਗੀ ਨਾ ਦਾਅ ਤੇ ਲਾਉਣ। ਤੇ ਉਹ ਜ਼ਰੂਰੀ ਹੈ ਕਿ ਸਰਕਾਰ ਜਿਹੜੀ ਹੈਗੀ ਹੈ, ਸਿੱਖਿਆ ਮੰਤਰੀ ਜਿਹੜਾ ਹੈ ਕਲੀਅਰ ਕਰਨ, ਸਿੱਖਿਆ ਪ੍ਰਣਾਲੀ ਕਲੀਅਰ ਕਰਨ, ਤੇ ਨਾਲ ਇਹ ਕਲੀਅਰ ਕਰਨ ਕਿ ਫੈਸਲਾ ਕਿਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਲਿਆ ਗਿਆ। ਜੀ ਸੁਖਵਿੰਦਰ। ਬਿਲਕੁਲ ਬਿਲਕੁਲ, ਜ਼ਿੰਮੇਵਾਰੀ ਵੀ ਤੈਅ ਹੋਣੀ ਚਾਹੀਦੀ ਹੈ। ਜੇ ਕੱਲ ਨੂੰ ਕੋਈ ਨੁਕਸਾਨ ਹੁੰਦਾ, ਜਿਵੇਂ ਕਿਹਾ ਗਿਆ ਸੀ ਕਿ ਤੀਜੀ ਵੇਵ ਜਿਹੜੀ ਹੈ ਉਹ ਬੱਚਿਆਂ ਤੇ ਪ੍ਰਭਾਵ ਪਾਏਗੀ, ਬੱਚਿਆਂ ਨੂੰ ਉਹ ਮਾਰੂ ਸਾਬਤ ਹੋਏਗੀ ਬੱਚਿਆਂ ਲਈ। ਤੇ ਫਿਰ ਜੇਕਰ ਮੰਨ ਲਓ ਕਿ ਬੱਚਿਆਂ ਨੂੰ ਕੁਝ ਹੁੰਦਾ ਹੈ, ਜੇ 2 ਗਜ਼ ਦੀ ਦੂਰੀ ਦੀ ਗੱਲ ਕਰਦੇ ਨੇ, ਤਾਂ ਬੱਚੇ ਸਕੂਲਾਂ ਦੇ ਵਿੱਚ ਕਿਵੇਂ ਮੇਨਟੇਨ ਕਰਨਗੇ? ਪਤਾ ਹੀ ਹੈ ਕਿ ਸਕੂਲਾਂ ਦੇ ਵਿੱਚ ਸੈਂਕੜੇ ਬੱਚੇ, ਕਈਆਂ 'ਚ ਹਜ਼ਾਰਾਂ ਦੀ ਗਿਣਤੀ ਹੁੰਦੀ ਹੈ, ਕਿੱਦਾਂ ਕੰਟਰੋਲ ਹੋ ਜਾਏਗਾ? ਇੱਕ ਟੀਚਰ ਇੱਕ ਕਲਾਸ ਦੇ ਵਿੱਚ ਬੱਚਿਆਂ ਨੂੰ ਕਿੱਦਾਂ ਕੰਟਰੋਲ ਕਰੇਗਾ? ਬੜੇ ਤਰ੍ਹਾਂ ਦੇ ਇਹੋ ਜਿਹੇ ਨੇ ਸਵਾਲ ਜਿਹੜੇ ਨੇ, ਉਹ ਸਕੂਲਾਂ ਨੂੰ ਖੋਲਣ ਨੂੰ ਲੈ ਕੇ ਮਾਪੇ ਵੀ ਖੜੇ ਕਰ ਰਹੇ ਨੇ। ਉਹ ਚਾਹੁੰਦੇ ਨੇ ਕਿ ਸਕੂਲ ਖੁੱਲਣ, ਪਰ ਤਿਆਰੀਆਂ ਕੀ ਨੇ ਉਹਨਾਂ ਨੂੰ ਲੈ ਕੇ? ਇਹ ਸਭ ਦੇ ਉੱਤੇ ਸਵਾਲ ਲਗਾਤਾਰ ਬਣੇ ਰਹਿਣਗੇ। ਪਰਮਿੰਦਰ ਜੀ, ਹੁਣ ਸਿਆਸਤ ਦੀ ਗੱਲ ਕਰਦੇ ਆ। ਦੂਜੇ ਪਾਸੇ ਪੰਜਾਬ ਦੇ ਵਿੱਚ ਘਪਲੇਬਾਜ਼ੀਆਂ ਜਿਹੜੀਆਂ ਸਰਕਾਰ ਦੀਆਂ, ਉਹ ਲਗਾਤਾਰ ਵਿਰੋਧੀ ਗਿਣਾ ਰਹੇ ਨੇ, ਆਪਣੇ ਵੀ ਗਿਣਾਈ ਜਾ ਰਹੇ ਨੇ ਕਿ ਭ੍ਰਿਸ਼ਟ ਮੰਤਰੀਆਂ ਨੂੰ ਪਾਸੇ ਕਰੋ ਜੇ ਉਹਨਾਂ ਤੇ ਇਲਜ਼ਾਮ ਲੱਗਦੇ ਨੇ। ਸਾਧੂ ਸਿੰਘ ਧਰਮਸੋਤ, ਰਾਣਾ ਸੋਢੀ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ। ਹਾਲਾਂਕਿ ਇਹਦੇ ਮਾਮਲੇ ਦੇ ਵਿੱਚ ਕੈਪਟਨ ਸਾਹਿਬ ਤੋਂ ਪਹਿਲਾਂ ਹੀ ਕਲੀਨ ਚਿੱਟ ਉਹਨਾਂ ਨੇ ਪਹਿਲੇ ਬੁੱਲੇ ਦੇ ਦਿੱਤੀ ਸੀ ਕਿ ਧਰਮਸੋਤ ਹੋਰਾਂ ਨੂੰ ਕਲੀਨ ਚਿੱਟ ਹੈ, ਸੀਬੀਆਈ ਦੀ ਹੁਣ ਜਾਂਚ ਉਹ ਵੀ ਅੱਗੇ ਵਧਣ ਨੂੰ ਤਿਆਰ ਹੈ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ ਜਦੋਂ ਕੁਲਬੀਰ ਜ਼ੀਰਾ ਹੁਣੀ ਕਹਿ ਦਿੰਦੇ ਨੇ ਕਿ ਜਿਨ੍ਹਾਂ ਨੇ ਗਾਜਰਾਂ ਖਾਧੀਆਂ ਉਹਨਾਂ ਦੇ ਢਿੱਡਾਂ ਨੂੰ ਪੀੜ ਪਏਗੀ? ਸੁਖਵਿੰਦਰ ਜੀ, ਇਹ ਗਾਜਰਾਂ ਖਾਣ ਵਾਲੇ ਗੱਲ ਕਰਦੇ ਆ, ਤਾਂ ਗਾਜਰਾਂ ਕਿਹਨੇ ਨਹੀਂ ਖਾਧੀਆਂ? ਉਹ ਗੱਲ ਕਰਨ, ਉਹ ਇਹ ਨਾ ਕਹਿਣ ਕਿ ਗਾਜਰਾਂ ਜਿਹਨੇ ਖਾਧੀਆਂ ਢਿੱਡ ਪੀੜ ਹੋਣਗੇ। ਗਾਜਰਾਂ ਜਿਨ੍ਹਾਂ ਨੇ ਖਾਧੀਆਂ ਨੇ ਉਹਨਾਂ ਦੀ ਇੱਕ ਲਿਸਟ ਬਣਾ ਲੈਣ, ਤੇ ਜਿਹੜੇ ਖੇਮੇ ਦੇ ਵਿੱਚ ਕਾਂਗਰਸ ਦੇ ਵਿੱਚ ਕੌਣ ਸਹੀ ਆ? ਇਹ ਤਾਂ ਹੁਣ ਉਹ ਐਂ ਕਹਿ ਲਓ ਕਿ ਆਪ ਆਪਣੇ ਆਪ ਨੂੰ ਦੁੱਧ ਧੋਤਾ ਕਹਿਣ ਵਾਲੀ ਗੱਲ ਆ। ਜੇ ਕੈਬਨਿਟ ਦੇ ਵਿੱਚ ਬੈਠੇ ਹੁੰਦੇ ਸਭ ਚੁੱਪ ਰਹਿੰਦੇ, ਕਿਸੇ ਨੇ ਨਹੀਂ ਦੱਸਣਾ ਸੀ ਕਿ ਅਸੀਂ ਵੀ ਗਾਜਰ ਖਾਧੀ ਹੈ। ਗੱਲ ਉਹ ਨਹੀਂ ਹੈ। ਹੁਣ ਦੂਜੇ ਖੇਮੇ ਦੇ ਵਿੱਚ ਜਾ ਕੇ ਕੈਪਟਨ ਦੇ ਵਿਰੁੱਧ ਬੋਲੀ ਜਾਂਦੇ ਨੇ, ਪਰ ਦੂਜੇ ਖੇਮੇ ਦੇ ਵਿੱਚ ਤੁਸੀਂ ਦੇਖਿਆ ਕਿ ਕਿਹੜੇ ਮੰਤਰੀ ਨੇ ਜਿਹੜੇ ਜਿਹੜੇ ਦਾਗੀ ਨਹੀਂ ਹੈਗੇ, ਜਿਨ੍ਹਾਂ ਨੂੰ ਗਲ ਨਾਲ ਲਾਇਆ ਹੋਇਆ ਹੈ, ਨਵਜੋਤ ਸਿੰਘ ਸਿੱਧੂ ਨੇ ਨੇੜੇ ਲਾਇਆ ਹੈ। ਉਹ ਕੌਣ ਨੇ ਇਹੋ ਜਿਹੇ ਬੰਦੇ? ਕਿਹਨਾਂ ਦੇ ਉੱਤੇ ਨੇ ਇਲਜ਼ਾਮ ਹੈਗੇ? ਸਾਰਿਆਂ ਦੇ ਉੱਤੇ ਨੇ। ਕਿਵੇਂ ਬਚਾਉਣਗੇ ਇਹਨਾਂ ਨੂੰ? ਸਾਰਿਆਂ ਨੂੰ ਮਿਲੇ ਕਿਉਂ ਨੇ ਇਹਨਾਂ ਨੂੰ ਜਾ ਕੇ? ਕਿਉਂ ਜੱਫੀਆਂ ਪਾਈਆਂ ਨੇ? ਜੇ ਤੁਸੀਂ ਦੂਜਾ ਖੇਮਾ ਪਾਕ ਪਵਿੱਤਰ ਮੰਨਦਾ ਹੈ, ਪੰਜਾਬ ਦੇ ਹਿੱਤਾਂ ਦੀ ਰਾਖੀ ਗੱਲ ਕਰਦਾ ਹੈ, ਤਾਂ ਇਹ ਬੰਦਿਆਂ ਨੂੰ ਕਿਉਂ ਨਾਲ ਲੈ ਕੇ ਤੁਰ ਰਹੇ ਹੈ? ਉਹ ਤਾਂ ਜਿਹੜੀਆਂ ਕਾਰਗੁਜ਼ਾਰੀਆਂ ਨੇ,
ਕੈਪਟਨ ਦੀਆਂ ਜਾਂ ਕੈਪਟਨ ਦੇ ਕੈਬਨਿਟ ਦੀਆਂ, ਉਹ ਤਾਂ ਸਭ ਨੂੰ ਪਤਾ ਲੱਗ ਰਹੀਆਂ ਨੇ, ਸਭ ਨੂੰ ਪਤਾ ਹੈ, ਅਖਬਾਰਾਂ 'ਚ ਨਸ਼ਰ ਹੋ ਰਹੀਆਂ ਨੇ, ਸਮੇਂ-ਸਮੇਂ ਦੇ ਇਲਜ਼ਾਮ ਲੱਗੇ ਨੇ। ਫਿਰ ਉਹਨਾਂ ਮੰਤਰੀਆਂ ਨੂੰ ਨਾਲ ਲੈ ਕੇ ਜਾਂ ਉਹਨਾਂ ਐਮਐਲਏਜ਼ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਕੀ ਹੈ? ਇਹਨਾਂ ਨੂੰ ਕੀ ਲੋੜ ਪਈ ਹੈ? ਬਿਲਕੁਲ ਫਿਰ ਖੇਮਾ, ਦੂਜਾ ਖੇਮਾ ਕਿਵੇਂ ਕਹਿ ਸਕਦਾ ਕਿ ਅਸੀਂ ਇਮਾਨਦਾਰੀ ਦੀ ਗੱਲ ਕਰਦੇ ਹਾਂ? ਕਿਵੇਂ ਕਹਿ ਸਕਦਾ ਕਿ ਨਸ਼ਿਆਂ ਦੇ ਸਮਗਲਰ ਹੋਰ ਨੇ, ਸਾਡੇ ਕੋਲ ਤਾਂ ਹੈ ਨਹੀਂ, ਸਾਡੇ ਖੇਮੇ 'ਚ ਹੈ ਨਹੀਂ? ਕੱਢ ਲਓ ਡਿਟੇਲ, ਜਿਹੜੇ ਮੰਤਰੀ ਐਮਐਲਏ ਨਾਲ ਰਲੇ ਆ, ਉੱਧਰ ਜਾ ਕੇ ਦੂਜੇ ਪਾਸੇ ਜਾ ਕੇ ਜੱਫੀਆਂ ਪਾ ਲਈਆਂ, ਉਹਨਾਂ ਨੂੰ ਪਾਈਆਂ ਹੀ ਇਸੇ ਕਰਕੇ ਨੇ ਕਿ ਬਿਲਕੁਲ ਕਿਤੇ ਆਹ ਖੇਮਾ ਨਾ ਸਾਨੂੰ ਕਿਤੇ ਸਾਡੇ ਪੋਤੜੇ ਫਰੋਲ ਲਵੇ, ਜਾ ਕੇ ਮਿਲ ਲਓ ਹੱਥ ਮਿਲਾ ਕੇ, ਪਹਿਲਾਂ ਹੀ ਬੈਠ ਗਏ ਚਰਨਾਂ 'ਚ ਜਾ ਕੇ, ਤੇ ਇਹ ਉਹਨਾਂ ਨੇ ਗੱਲ ਨਾਲ ਲਾਲੇ ਠਾਲ ਗਏ। ਤੇ ਫਿਰ ਫਰਕ ਤਾਂ ਕੋਈ ਨਹੀਂ ਰਿਹਾ, ਜਿਹੋ ਜਿਹਾ ਕੈਪਟਨ ਖੇਮਾ ਸੀ, ਉਹ ਜਿਹਾ ਹੁਣ ਦੂਜਾ ਖੇਮਾ ਹੋ ਗਿਆ। ਇਹ ਇਲਜ਼ਾਮ ਤਾਂ ਲੱਗਦੇ ਹੀ ਆਏ ਨੇ। ਹੁਣ ਜਿਹੜਾ ਅਦਾਲਤਾਂ ਦੇ ਬੱਚਿਆਂ ਦੇ, ਜਿਹੜੇ ਗਰੀਬ ਬੱਚਿਆਂ ਦੇ ਵਜ਼ੀਫੇ ਦੀ ਗੱਲ ਕੀਤੀ ਆ ਤੁਸੀਂ, ਜਾਂ ਉਹ ਸੋਢੀ ਰਾਣਾ ਦੀ ਗੱਲ ਕੀਤੀ ਹੈ, ਇਹ ਕੌਣ, ਇਹਨਾਂ ਨੂੰ ਕਲੀਨ ਚਿੱਟ ਦੇਣ ਵਾਲੇ ਕੌਣ ਨੇ? ਇਹਨਾਂ ਦੇ ਉੱਤੇ ਆਵਾਜ਼ ਕੌਣ ਚੱਕੂਗਾ? ਜੇ ਅੱਜ ਆਪ ਘਟਾਲੇ ਉੱਠ ਰਹੇ ਨੇ ਆ ਬੰਦਿਆਂ ਦੀਆਂ, ਕੋਈ ਸ਼ਰਾਬ ਫੈਕਟਰੀ ਦੇ ਵਿੱਚ ਗਲਤ ਹੈ ਕਿ ਨਜਾਇਜ਼ ਸ਼ਰਾਬ ਫੈਕਟਰੀ ਫੜੀਆਂ ਗਈਆਂ ਨਾ, ਚਾਹੇ ਨਸ਼ੇ ਦੀ ਸਮਗਲਿੰਗ ਹੈ, ਚਾਹੇ ਕੋਈ ਮਾਫੀਆ ਹੈ ਮਾਈਨਿੰਗ ਦਾ ਹੈ, ਚਾਹੇ ਕੋਈ ਕੁਛ ਹੈ, 2 ਵਾਰ ਮੁਆਵਜ਼ਾ ਲੈ ਗਏ ਜੀ, ਆ ਵਜ਼ੀਫਾ ਹੀ ਖਾ ਗਏ। ਇਹਨਾਂ ਨੂੰ ਫੜੂਗਾ ਕੌਣ? ਤੇ ਪਾਰਟੀ ਦੇ ਅੰਦਰੋਂ ਆਵਾਜ਼ਾਂ ਉਠਾਉਣੀਆਂ ਗੱਲ ਹੋਰ ਹੈ, ਉਹ ਤਾਂ ਬੰਦਾ ਨਿੱਜੀ ਕਿੜ ਵਾਸਤੇ ਵੀ ਕੱਢ ਲੈਂਦਾ ਹੈ ਆਪਣੀ ਕਿੜ। ਗੱਲ ਤਾਂ ਇੰਨੀ ਕਿ ਕਾਰਵਾਈ ਕੌਣ ਕਰੇਗਾ, ਕਦੋਂ ਕਰੂਗਾ? ਬਿਲਕੁਲ ਹੁਣ ਨਵੀਂ 2022 ਤੋਂ ਵਿੱਚ ਦੇਖੇ ਵੀ ਹਾਂ ਕਿਤੇ ਸਾਨੂੰ ਫਲਾਣੇ ਮੰਤਰੀ ਜਾਂ ਐਮਐਲਏ ਦੇ ਖਿਲਾਫ ਜੇ ਅਸੀਂ ਕਾਰਵਾਈ ਕਰਤੀ, ਕਿਤੇ ਅਸੀਂ ਹਾਰੇ ਨਾ ਜਾਈਏ, ਕਿ ਸਾਡਾ ਸੁਪਨਾ ਨਾ ਟੁੱਟ ਜੇ, ਅਸੀਂ ਮੰਤਰੀ ਬਣਨਾ, ਅਸੀਂ ਮੁੱਖ ਮੰਤਰੀ ਬਣਨਾ। ਇਸ ਕਰਕੇ ਦੇਖੀ ਜਾਂਦੇ, ਹੁਣ ਨੂੰ ਕਰ ਦੋ ਕਾਰਵਾਈ। ਪਹਿਲਾਂ ਤਾਂ ਪਾਵਰ ਦਾ ਰੌਲਾ ਸੀਗਾ, ਫਿਰ ਪਾਵਰ ਨਹੀਂ ਹੈਗੀ, ਹੁਣ ਤਾਂ ਨਵਜੋਤ ਸਿੰਘ ਸਿੱਧੂ ਬਣ ਗਏ ਪ੍ਰਧਾਨ, ਤੇ ਉਹਨਾਂ ਦੇ ਖੇਮੇ ਵਾਲੇ ਬੰਦਿਆਂ ਕੋਲ ਹੁਣ ਪਾਵਰ ਹੈ ਨਹੀਂ ਕੋਈ। ਜੇ ਹੈ ਨਹੀਂ, ਫਿਰ ਰੌਲਾ ਕਾਹਦਾ ਪਾਇਆ ਸੀ ਪਹਿਲਾਂ? ਕਾਰਵਾਈ ਕਰੋ ਨਾ। ਹੁਣ ਕਿੰਨੇ ਦਿਨ ਹੋ ਗਏ? ਹੁਣ ਸੰਗਰੂਰ ਦੇ ਨੇੜੇ ਹੜ੍ਹ ਆ ਗਿਆ, 5500 ਏਕੜ ਫਸਲ ਡੁੱਬ ਗਈ, ਖਤਮ ਹੋ ਗਈ, ਤੇ ਇੱਥੇ ਕਿਉਂ ਨਹੀਂ ਜਾਂਦਾ ਕੋਈ? ਮੀਟਿੰਗਾਂ ਚੱਲ ਰਹੀਆਂ ਨੇ, ਕਾਹਦੇ ਲਈ ਚੱਲ ਰਹੀਆਂ ਨੇ? ਲੋਕਾਂ ਦਾ ਭਲਾ ਹੋ ਰਿਹਾ ਮੀਟਿੰਗਾਂ ਨਾਲ। ਕਿਹੜੀ ਮੀਟਿੰਗ ਨਾਲ ਲੋਕਾਂ ਦਾ ਭਲਾ ਹੋ ਰਿਹਾ? ਪੰਜਾਬ ਦੇ ਕਿਹੜੇ ਹਿੱਤਾਂ ਦੀ ਰਾਖੀ ਹੋ ਰਹੀ ਹੈਗੀ? ਇਹ ਤਾਂ ਆਪਣੀ ਸਰਕਾਰ ਬਣਾਉਣ ਨੂੰ, ਆਪਣੀ ਸਰਕਾਰ ਬਚਾਉਣ ਦੇ ਲਈ ਮੀਟਿੰਗਾਂ ਹੋਣੀਆਂ ਵੀ ਮੈਂ ਕੁਰਸੀ ਨਾ ਛੱਡਾਂ, ਮੈਂ ਹੀ ਮੁੱਖ ਮੰਤਰੀ ਬਣਾ, ਦੂਜਾ ਕਹਿੰਦਾ ਮੈਂ ਬਣਨ ਨਹੀਂ ਦੇਣਾ, ਮੈਂ ਬਣਨਾ। ਬਸ ਆਹ ਰੌਲਾ ਹੈ। ਉੱਥੇ ਕੋਈ ਖੜਿਆ ਜਾ ਕੇ ਕਿ ਹਾਂ ਭਾਈ ਕਿਸਾਨਾਂ ਦੀ ਗੱਲ ਹੋ ਰਹੀ ਹੈ, ਜਾਂ ਇੱਥੇ ਖੇਤਾਂ 'ਚ ਡੁੱਬ ਗਈ ਫਸਲ, ਕੀ ਬਣਿਆ, ਕਿਉਂ ਹੋਇਆ? ਕੋਈ ਜਾਂਦਾ ਉੱਧਰ ਨੂੰ ਮੂੰਹ ਕਰਿਆ ਕਿਸੇ ਨੇ ਜਾ ਕੇ? ਪਾਣੀ 'ਚ ਖੜਾ ਕੋਈ? ਉਹ ਵਿਚਾਰੇ ਫਿਰ ਰਹੇ ਨੱਕੇ ਲਾਉਂਦੇ ਜਾਂ ਨੱਕੇ ਤੋੜਦੇ, ਜਾਂ ਖੇਤਾਂ ਦੇ ਹਾਲਤ ਦੇਖਦੇ ਵਿਚਾਰੇ ਪਾਣੀਆਂ 'ਚ ਖੜੇ ਨੇ, ਉਹ ਗੋਡੇ ਗੋਡੇ ਪਾਣੀ, ਲੱਖ ਲੱਖ ਪਾਣੀ ਖੜਾ ਹੈ। ਤੇ ਇਹ ਲੋਕਾਂ ਨੂੰ ਕੋਈ ਮਤਲਬ ਨਹੀਂ ਵੀ ਆਮ ਲੋਕ ਕਿੱਥੇ ਨੇ, ਉਹਨਾਂ ਦੀ ਹਾਲਤ ਕੀ ਹੈ। ਇਹਨਾਂ ਨੇ ਤਾਂ ਸਿਰਫ ਘਟਾਲੇ ਕਰਕੇ ਖਾ ਕੇ ਦੂਜੇ ਨਾਲ ਹੱਥ ਮਿਲਾਉਣਾ। ਜਿੱਧਰ ਨੂੰ ਦਿਖਦਾ, ਜਿੱਧਰ ਨੂੰ ਲੱਗਦਾ ਹੈ ਕਿ ਇੱਧਰਲੇ ਪਾਸੇ ਬਦਨ ਹੋ ਗਿਆ, ਹੁਣ ਉੱਧਰੋਂ ਕੁ ਝੁਕ ਜਾਊ, ਤੇ ਦੂਜੇ ਬੰਦੇ ਨੂੰ ਲੱਗਦਾ ਕਿ ਮੇਰਾ ਬਹੁਤ ਵੱਡਾ ਖੇਮਾ, ਵੀ ਬੱਲੇ ਬੱਲੇ ਮੇਰੇ ਨਾਲ ਇੰਨੇ ਆ ਗਏ। ਉਹ ਪਤਾ ਨਹੀਂ ਹੁੰਦਾ ਕਿ ਇਹ ਸਾਰੇ ਖਾਣ ਵਾਲੇ ਨੇ, ਤਾਂ ਪਹਿਲੀ ਬੇੜੀ ਨੂੰ ਡੋਬਿਆ, ਹੁਣ ਤੇਰੀ ਡੋਬ ਦੇਣੀ ਹੈ। ਇਹਨਾਂ ਨੇ ਤਾਂ ਘਪਲੇ ਹੀ ਕਰਨੇ ਨੇ। ਇਹਨਾਂ ਨੂੰ ਕੋਈ ਮਤਲਬ ਨਹੀਂ ਸੁਖਵਿੰਦਰ ਜੀ। ਗਰੀਬਾਂ ਦਾ ਪੈਸਾ ਖਾਇਆ, ਗਰੀਬ ਹੀ ਨੇ ਜਿਹੜੇ ਪੰਜਾਬ ਦੇ ਲੋਕ ਨੇ। ਪੰਜਾਬ ਦੇ ਲੋਕ ਨੇ, ਇਹ ਗਰੀਬ ਨੇ। ਪਹਿਲਾਂ ਜਿਹੜਾ ਕਿਹਾ ਜਾਂਦਾ ਕਿ ਕਰਜ਼ਾ ਇੰਨਾ ਹੈ, ਉਹ ਹੋਰ ਚੜ ਜਾਣਾ, ਉਹ ਇਹਨਾਂ ਤੋਂ ਹੀ ਤਾਰਨਾ ਲੋਕਾਂ ਨੂੰ। ਜਿਹੜੇ ਐਮਐਲਏ ਮੰਤਰੀ ਨੇ, ਉਹਨਾਂ ਦੀਆਂ ਨਾ ਗੱਡੀਆਂ ਦੇ ਵਿੱਚ ਕੋਈ ਫਰਕ ਪੈਣਾ, ਨਾ ਗੱਡੀਆਂ ਘਟਣੀਆਂ ਨੇ। ਆਲੇ ਦੁਆਲੇ ਆਹ ਪੁਲਿਸ ਦੇਖ ਲਓ ਕਿਵੇਂ ਫਿਰਦੀ ਹੈ ਇਹਨਾਂ ਦੇ। ਖਰਚਾ ਕੌਣ ਕਰ ਰਿਹਾ? ਟੈਕਸਾਂ ਦੀ ਤਾਂ ਗੱਲ ਕਰ ਦਿੰਦੇ ਆ, ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਜੇ ਆਪਾਂ, ਵੀ ਟੈਕਸ ਪੇਅਰ ਨੇ ਜੀ, ਟੈਕਸ ਦਿੰਦੇ ਨੇ ਜੀ, ਇਹਨਾਂ ਦੇ ਹੱਥ 'ਚ ਪਾਵਰ ਹੈ। ਉਹ ਪਾਵਰ ਤਾਂ ਤੁਸੀਂ ਲਈ ਵਰਤੇ। ਆਹ ਪੁਲਿਸ ਜਿਹੜੀ ਨੇ ਲੋਕਾਂ ਦੀ ਰਾਖੀ ਕਰਨੀ, ਇਹ ਤਾਂ ਤੁਹਾਡੇ ਮਗਰ ਫਿਰੀ ਜਾਂਦੀ ਹੈ। ਇਹ ਪੁਲਿਸ ਦਾ ਸਿਰਫ ਰੱਖੀ ਹੋਈ ਆ ਵੀ ਪਰਚੇ ਦਰਜ ਕਰੋ ਜੀ, ਲੋਕਾਂ ਦੇ ਚਲਾਨ ਕੱਟੋ ਜੀ, ਖਜ਼ਾਨਾ ਭਰੋ, ਉੱਥੋਂ ਆਪਣੀ ਤਨਖਾਹ ਲੈ ਜਾਓ। ਆ ਕਿਸੇ ਮੰਤਰੀ ਦਾ ਚਲਾਨ ਹੁੰਦਾ ਦੇਖਿਆ ਕਦੇ? ਕਿਸੇ ਐਮਐਲਏ ਦਾ ਚਲਾਨ ਸ਼ਰੇਆਮ ਤੋੜ ਕੇ ਬੱਤੀਆਂ ਲੰਘਦੇ ਨੇ ਇਹ, ਕਦੇ ਦੇਖਿਆ? ਕੀ ਗੱਲ, ਇਹਨਾਂ ਕੋਲ ਪਾਵਰ ਹੈ ਕੋਈ ਇਹੋ ਜਿਹੀ ਕਿ ਇਹਨਾਂ ਦੇ ਅੱਗੇ ਜਾ ਕੇ ਕਿਸੇ ਦੀ ਜਾਨ ਬਚਾਉਣੀ ਆ? ਰੈੱਡ ਲਾਈਟ ਤੋੜ ਕੇ ਜਾ ਰਹੇ ਨੇ ਇਹ ਕੋਈ ਚਲਾਨ ਨਹੀਂ। ਉਹ ਗੱਲ ਇਹ ਹੈ ਕਿ ਲੋਕਾਂ ਦਾ ਗਲਾ ਘੁੱਟਣਾ, ਕੋਈ ਘੁੱਟ ਲਵੇ। ਇੱਧਰੋਂ ਨਹੀਂ, ਉੱਧਰੋਂ ਕਹਿੰਦੇ ਕੰਨ ਫੜਨਾ, ਜਿੱਧਰੋਂ ਮਰਜ਼ੀ ਫੜ ਲਓ, ਮਰੋੜਨਾ ਤਾਂ ਲੋਕਾਂ ਦਾ ਹੀ ਕੰਨ ਹੈ। ਸੋ ਉਹੀ ਚੱਲ ਰਿਹਾ। ਕੱਪੜਿਆਂ ਦੇ ਉੱਤੇ ਜ਼ਰੂਰ ਨਜ਼ਰਸਾਨੀ ਕਰਨ ਦੀ ਲੋੜ ਹੈ। ਅਕਾਲੀ ਦਲ ਕਹਿੰਦਾ ਕਿ CBI ਨੂੰ ਰਿਪੋਰਟ ਨਹੀਂ ਸੌਂਪੀ ਗਈ,
ਕੈਪਟਨ ਕਹਿੰਦੇ ਕਿ ਮੈਂ ਕਲੀਨ ਚਿੱਟ ਦੇਤੀ, ਹੁਣ ਸੀਬੀਆਈ ਨੂੰ ਕਹਿੰਦੇ ਰਿਪੋਰਟ ਵੀ ਸੌਂਪ ਦੇਣੀ ਹੈ। ਕਲੀਨ ਚਿੱਟਾਂ ਹੀ ਦੇਤੀਆਂ ਤੁਸੀਂ, ਸੀਬੀਆਈ ਵੀ ਕੀ ਕਰ ਲੂਗੀ ਆ ਕੇ? ਬਿਲਕੁਲ। ਜਦੋਂ ਬਚਾਉਣ ਤੇ ਹੀ ਆ ਕੇ ਪਿੱਠ ਤੇ ਹੀ ਖੜ ਜਾਂਦੇ ਹੋ, ਫਿਰ ਕਿਹੜਾ ਕਰ ਲੂਗਾ ਕੋਈ? ਹੋਰ ਹੋਰ 2 ਸਾਲ ਚੱਲੂਗੀ ਜਾਂਚ। ਦੋ ਚਾਰ ਇੱਕ ਨਾ ਮੈਂ 1 ਮਿੰਟ ਲਈ ਤੁਹਾਡਾ ਸਮਾਂ ਲੈਣਾ ਚਾਹੂੰਗਾ। ਕਹਿੰਦੇ ਇੱਕ ਰਾਜੇ ਨੇ ਕਿਸੇ ਧੋਬਣ ਨੂੰ ਕਹਤਾ ਵੀ ਰਫਲ ਸਾਫ਼ ਕਰ ਦੇ। ਉਹ ਰਫਲ ਸਾਫ਼ ਕਰਦੀ ਕਰਦੀ ਤੋਂ ਕਿਤੇ ਗੋਲੀ ਚੱਲ ਗਈ, ਬੰਦਾ ਮਰ ਗਿਆ। ਰਾਜਾ ਕਹਿੰਦਾ ਵੀ ਇਹਨੂੰ ਸਜ਼ਾ ਦੇਣੀ ਹੈ। ਵਜ਼ੀਰ ਕਹਿੰਦਾ ਰਹਿਣ ਦੋ ਮਹਾਰਾਜ, ਇਹ ਤਾਂ ਇਹਨੇ ਕਿਹੜਾ ਜਾਣ ਕੇ ਮਾਰੀ। ਉਹ ਕਹਿੰਦਾ ਨਹੀਂ, ਕਾਨੂੰਨ ਤਾਂ ਸਭ ਦੀ ਬਰਾਬਰ ਹੈ ਨਾ, ਵੀ ਸਜ਼ਾ ਤਾਂ ਦੇਣੀ ਬਣਦੀ। ਕਹਿੰਦਾ ਫਿਰ ਉਹ ਜਾਂਚ ਕਮਿਸ਼ਨ ਬਿਠਾ ਦਿਓ। ਉਹਨੇ ਕਹਿੰਦਾ ਕੀ ਕਰੂਗਾ ਜਾਂਚ ਕਮਿਸ਼ਨ? ਕਹਿੰਦਾ ਜਾਂਚ ਕਮਿਸ਼ਨ ਦੇਖੂਗਾ ਵੀ ਇਹ ਇਸੇ ਤੋਂ ਬੰਦਾ ਮਰਿਆ ਕਿ ਨਹੀਂ ਮਰਿਆ। ਉਹ 5-4 ਸਾਲ ਲੰਘ ਜਾਣੇ ਆ, 5-7 ਸਾਲ ਜਾਂਚ ਕਮਿਸ਼ਨ ਨੂੰ। ਕਹਿੰਦਾ ਯਾਰ ਸੱਚ ਤਾਂ ਹੈਗਾ, ਕਮਿਸ਼ਨ ਦਾ ਰਿਪੋਰਟ ਦਊਗਾ ਵੀ ਇਹ ਤੋਂ ਹੀ ਮਰਿਆ। ਕਹਿੰਦਾ ਫਿਰ ਦੂਜਾ ਬਿਠਾ ਦਾਂਗੇ ਵੀ ਰਫਲ ਕਿਹੜੀ ਸੀ। ਕਹਿੰਦਾ ਫੇਰ ਵੀ ਜਾਂਚ ਉਹ 5-4 ਸਾਲ ਚੱਲੂਗੀ। ਕਹਿੰਦਾ ਉਹ ਫਿਰ ਕਹਿੰਦਾ ਰਾਜਾ ਕਹਿੰਦਾ ਫਿਰ ਉਹ ਵੀ ਤਾਂ ਸੱਚ ਦੱਸੂਗਾ ਵੀ ਡਬਲ ਪੈਰ 12 ਬੋਰ ਸੀ, ਉੱਥੋਂ ਗੋਲੀ ਚੱਲੀ। ਕਹਿੰਦਾ ਜੀ ਫੇਰ ਜਾਂਚ ਬਿਠਾ ਦਾਂਗੇ ਕਿ ਜਿਹੜਾ ਬੰਦਾ ਮਰਿਆ ਹੈ ਉਹ 12 ਬੋਰ ਦੀ ਗੋਲੀ ਨਾਲ ਹੀ ਮਰਿਆ ਕਿ ਕਿਸੇ ਹੋਰ ਨਾਲ ਮਰਿਆ। ਕਹਿੰਦਾ ਉਹ 5-7 ਸਾਲ ਜਾਂਚ ਕਮਿਸ਼ਨ ਲੰਘ ਜੂਗਾ। ਰਾਜਾ ਕਹਿੰਦਾ ਫੇਰ ਵੀ ਤਾਂ ਰਿਪੋਰਟ ਸਹੀ ਆਊਗੀ। ਕਹਿੰਦਾ ਫਿਰ ਆਪਾਂ ਹੋਰ ਜਾਂਚ ਬਿਠਾ ਦਾਂਗੇ ਵੀ ਜਿਹੜੀ ਬੰਦੇ ਨੂੰ ਗੋਲੀ ਲੱਗੀ ਹੈ ਉਹ ਇਸੇ ਚੋਂ ਲੱਗੀ ਹੈ ਕਿ ਕੋਈ ਹੋਰ ਚੋਂ ਲੱਗੀ ਆ, ਬਾਹਰੋਂ ਚੱਲੀ ਹੈ, ਦੂਰੀ ਤੋਂ ਚੱਲੀ ਹੈ, ਨੇੜੇ ਤੋਂ ਚੱਲੀ ਹੈ। ਕਹਿੰਦਾ ਫਿਰ ਇਹਦੀ ਜਾਂਚ ਹੋਊਗੀ। ਕਹਿੰਦਾ ਫਿਰ ਜੇ ਉਹਨੇ ਵੀ ਸੱਚ ਰਿਪੋਰਟ ਦੇਤੀ। ਉਹ ਕਹਿੰਦਾ ਇੰਨੀ ਕਿੰਨੀ ਕੁ ਉਮਰ ਹੈ ਧੋਬਣ ਦੀ, ਇਹਨੇ ਮਰ ਮੁਰ ਜਾਣਾ। ਤੇ ਉਹ ਗੱਲ ਹੈ ਜਿਹੜੀ ਆਹ ਜਾਂਚਾਂ ਜਿਹੜੀਆਂ ਹੁੰਦੀਆਂ ਨੇ, ਇਹ ਏਦਾਂ ਦੀਆਂ ਹੁੰਦਾ, ਬਚਾਉਣਾ ਹੀ ਹੁੰਦਾ ਹੈ। ਕਿਸੇ ਨੂੰ ਬਚਾਉਣਾ, ਜਾਂਚਾਂ ਬਿਠਾਈ ਜਾਓ, ਇੱਕ ਨਹੀਂ ਦੂਜਾ, ਦੂਜਾ ਨਹੀਂ ਤੀਜਾ, ਤੀਜਾ ਨਹੀਂ ਚੌਥਾ। ਇਹ ਕਮਿਸ਼ਨ ਬੈਠਦੇ ਰਹਿੰਦੇ ਨੇ, ਲੋਕ ਭੁੱਲ ਭੁਲਾ ਜਾਂਦੇ ਨੇ। ਲੋਕਾਂ ਕੋਲ ਬੇਲ ਕਿੱਥੇ ਹੁੰਦੀ ਹੈ ਜੀ ਰਵਿੰਦਰ? ਬਿਲਕੁਲ। ਦੂਜੇ ਪਾਸੇ ਜਿਹੜੀ ਕੈਪਟਨ ਸਾਹਿਬ ਪੂਰੀ ਤਿਆਰੀ ਕਰ ਰਹੇ ਨੇ ਕਿ ਕਿਸ ਤਰ੍ਹਾਂ ਜਿਹੜਾ ਉਹ ਕੈਸ਼ ਕੀਤਾ ਜਾਵੇ ਅਗਲੀ ਇਲੈਕਸ਼ਨ ਨੂੰ। ਜਿਹੜੇ 26 ਜਨਵਰੀ ਦੇ ਮਾਮਲੇ ਸੀਗੇ, ਜਿਨ੍ਹਾਂ ਦੇ ਵਿੱਚ ਉੱਥੇ ਕਾਫੀ ਪੰਜਾਬੀ ਜਿਹੜੇ ਨੇ ਉਹਨਾਂ ਮਾਮਲਿਆਂ ਦੇ ਵਿੱਚ ਮੁਲਜ਼ਮ ਕਰਾਰ ਦਿੱਤੇ ਗਏ, ਤੇ ਉਹ ਕਹਿੰਦੇ ਸਾਰੇ ਉਹਨਾਂ ਦੇ ਕੇਸਾਂ ਦੀ ਅਦਾਲਤੀ ਪੈਰਵਾਈ ਇੱਥੋਂ ਇੱਕ ਮਤਲਬ ਕਿ ਪੰਜਾਬ ਸਰਕਾਰ ਕਰੇਗੀ ਜਾਂ ਇਹਨਾਂ ਦਾ ਵਕੀਲਾਂ ਦਾ ਵਫਦ ਕਰੇਗਾ। ਵੈਦ ਸਾਹਿਬ ਜਿਹੜੇ ਐਮਐਲਏ ਨੇ, ਕੁਲਦੀਪ ਸਿੰਘ ਵੈਦ, ਉਹਨਾਂ ਦੀ ਅਗਵਾਈ ਦੇ ਵਿੱਚ ਉਹ ਕਮੇਟੀ ਬਣਾਈ ਸੀਗੀ, ਉਹ ਜਾਂਚ ਕਰ ਰਹੀ ਹੈ। ਸ਼ਾਇਦ ਕਹਿੰਦੇ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ। ਜਦੋਂ ਸੁਖਵਿੰਦਰ ਜੀ, ਜਦੋਂ ਚੋਣਾਂ ਆਉਂਦੀਆਂ ਨੇ ਨਾ, ਏਦਾਂ ਦੀਆਂ ਗੱਲਾਂ ਸਾਰੀਆਂ ਹੁੰਦੀਆਂ ਨੇ। ਮੈਂ ਤੁਹਾਨੂੰ ਪਹਿਲਾਂ ਯਾਦ ਹੋਊਗਾ, ਮੈਂ ਪਹਿਲਾਂ ਹੀ ਗੱਲ ਕਰਤੀ ਸੀ ਇਹ, ਜਦੋਂ ਪ੍ਰਸ਼ਾਂਤ ਕਿਸ਼ੋਰ ਦੀ ਗੱਲ ਹੋਈ ਸੀ ਕਿ ਹੁਣ ਉਹ ਵਰਗ ਚੱਕੇ ਜਾਣਗੇ ਜਿਨ੍ਹਾਂ ਨਾਲ ਕੋਈ ਵਾਅਦਾ ਪਹਿਲਾਂ ਕੀਤਾ ਨਹੀਂ ਹੋਇਆ। ਜਿਨ੍ਹਾਂ ਨਾਲ ਵਾਅਦੇ ਹੋ ਗਏ ਉਹ ਤਾਂ ਪੂਰੇ ਕੀਤੇ ਹੀ ਨਹੀਂ, ਤੇ ਉਹ ਸਾਈਡ ਤੇ ਰੱਖਦੇ ਜਾਣਗੇ, ਦੂਜੇ ਵਰਗ ਚੱਕਦੇ ਜਾਣਗੇ। ਇਹਨਾਂ ਦੇ ਵਿੱਚ ਆਹੀ ਮਾਮਲਾ ਤੁਹਾਡੇ ਵਾਲਾ ਜਿਹੜਾ ਹੈਗਾ, ਇਹ ਇਸੇ ਵਰਗ ਨਾਲ ਸੰਬੰਧਿਤ ਹੈ। ਤੇ ਉਹਨਾਂ ਬੰਦਿਆਂ ਨੂੰ ਫੜੋ, ਉਹਨਾਂ ਦੀਆਂ ਪੈਰਵਾਈਆਂ ਕਰਨ। ਕਿਹਨੇ ਪੈਰਵਾਈ ਕਰਨੀ ਹੈ? ਅੱਜ ਪੈਰਵਾਈ ਯਾਦ ਆ ਗਈ ਤੁਹਾਡੀ? ਸਰਕਾਰ ਤੁਹਾਡੀ ਹੈ। ਗੱਲ ਕੀ ਹੁੰਦੀ ਹੈ ਕਿ ਤੁਹਾਨੂੰ ਨਹੀਂ ਪਤਾ ਕੀ ਹੁੰਦਾ ਸਾਰਾ ਕੁਝ, ਮਾਮਲੇ ਕਿਵੇਂ ਦਰਜ ਹੁੰਦੇ ਨੇ, ਕਿਵੇਂ ਸੋਲਵ ਹੁੰਦੇ ਨੇ, ਕੀ ਮਾਮਲਾ ਹੁੰਦਾ, ਅਸਲੀਅਤ ਕੀ ਹੁੰਦੀ ਹੈ। ਪੁਲਿਸ 10 ਮਿੰਟਾਂ ਚ ਮੈਂ ਕਹਿੰਦਾ ਪਤਾ ਲਾ ਲੈਂਦੀ ਹੈ ਜੇ ਆਪਣੀ ਆਈ ਤੇ ਆ ਜੇ। ਪ੍ਰਸ਼ਾਸਨ ਨੂੰ ਖੁੱਲ੍ਹ ਦੇਈ ਜਾਵੇ ਕਿ ਇਹ ਮਾਮਲੇ ਸੋਲਵ ਕਰਕੇ ਮੈਨੂੰ 10 ਦਿਨਾਂ ਚ ਦਿਓ। ਮੈਂ ਕਹਿੰਦਾ 90% ਮਾਮਲੇ ਕਹਿੰਦੇ ਆਪਾਂ ਕਹਿ ਸਕਦੇ ਹਾਂ ਕਿ ਸੋਲਵ ਹੋ ਜਾਣ। ਬਹੁਤ ਘੱਟ ਹੁੰਦੇ ਨੇ ਜਿਨ੍ਹਾਂ ਦਾ ਸੱਚੀ ਮੁੱਚੀ ਰੇੜਕਾ ਹੁੰਦਾ, ਅਦਰਵਾਈਜ਼ ਤਾਂ ਸਾਰੇ ਏਦਾਂ ਦੇ ਹੁੰਦੇ ਨੇ, ਫੇਕ ਚੱਲ ਰਹੇ ਹੁੰਦੇ ਨੇ। ਕਿਤੇ ਨਾ ਕਿਤੇ ਜਾ ਕੇ ਨਿੱਜੀ ਆਪਣੀ ਕਿੜ ਕੱਢਣੀ ਹੈ, ਜਾਂ ਕਿਸੇ ਨੂੰ ਫਸਾਉਣਾ, ਜਾਂ ਧੱਕਾ ਕਰਨਾ, ਕਬਜ਼ਾ ਕਰਨਾ, ਜਾਂ ਕੁਛ ਵੀ ਕਰਨਾ, ਇਸ ਤਰ੍ਹਾਂ ਦੇ ਹੁੰਦੇ ਨੇ। ਸੋ ਇਹ ਸਿਰਫ ਵਾਅਦੇ ਨੇ, ਮੁਆਵਜ਼ੇ ਦੇਣੇ ਜਾਂ ਦੇ ਦੇਣਗੇ ਹੁਣ 2-4 ਮਹੀਨੇ ਹੋਰ। ਪਹਿਲਾਂ ਤਾਂ ਪ੍ਰੋਸੈਸ ਹੀ ਲੰਬਾ ਹੁੰਦਾ। ਚਲੋ ਮੰਨ ਲਿਆ ਦੇ ਵੀ ਦੇਣਗੇ, ਕਿੰਨਾ ਕੁ ਮੁਆਵਜ਼ਾ ਦੇ ਦੂਗੀ? ਮੁਆਵਜ਼ੇ ਕਦੋਂ ਦੇਣੇ ਆ? ਵਾਅਦਾ ਕਰਤਾ, ਡੇਟ ਤਾਂ ਇਹ ਨਹੀਂ ਕੋਈ। ਕਹਿਣਗੇ ਪਹਿਲਾਂ ਕੇਸ ਹੱਲ ਹੋ ਜਾਵੇ ਜੀ, ਤੁਹਾਡਾ ਮੁਆਵਜ਼ਾ ਬਣ ਜੂਗਾ, ਤੁਹਾਨੂੰ ਦੇ ਦਾਂਗੇ, ਤੁਹਾਡੀ ਪੈਰਵੀ ਕਰਾਂਗੇ ਜੀ। ਅਸੀਂ ਪੈਰਵੀ ਕਿਹਨੇ ਕਰਨੀ ਹੈ? ਜਿਨ੍ਹਾਂ ਕੇਸਾਂ ਦੀ ਕੀਤੀ ਜਾਣੀ ਸੀਗੀ, ਬੇਅਦਬੀ ਵਰਗੇ ਕੇਸਾਂ ਦੀ, ਉਹਨਾਂ ਦੀ ਤਾਂ ਹੋਈ ਨਹੀਂ। ਉੱਥੇ ਤਾਂ ਜਿਹੜੇ ਇਹਨਾਂ ਦੇ ਤੈਅ ਕੀਤੇ ਹੋਏ ਜਾਂ ਨਿਯੁਕਤ ਕੀਤੇ ਹੋਏ ਵਕੀਲ ਨੇ ਵੱਡੇ, ਜਿਨ੍ਹਾਂ ਨੂੰ ਵੱਡੀਆਂ ਪਦਵੀਆਂ ਦਈਆਂ ਹੋਈਆਂ ਨੇ, ਉਹ ਚੁੱਪ ਕਰਕੇ ਜਾਂ ਮੈਡੀਕਲ ਛੁੱਟੀ ਤੇ ਕਹਿੰਦੇ ਆ ਜਾਂਦੇ ਸੀ, ਉਹ ਤੁਰੇ ਫਿਰਦੇ ਸੀ। ਉਹਨਾਂ ਨੇ ਤਾਂ ਕੀਤੀ ਨਹੀਂ। ਹੁਣ ਪੈਰਵੀ ਕੌਣ ਕਰੂਗਾ? ਕਿਹਨਾਂ ਕੇਸਾਂ ਦੀ ਕਰਨਗੇ? ਸੋ ਇਹ ਵਰਗ ਚੁਣੇ ਹੋਏ ਨੇ, ਜਿਵੇਂ ਦਲਿਤ ਪੱਤਾ ਖੇਡਿਆ ਜਾ ਰਿਹਾ। ਇੱਕ ਪਾਸੇ ਕੈਪਟਨ ਨੇ ਮੀਟਿੰਗਾਂ ਕੀਤੀਆਂ, ਦੂਸਰੇ ਪਾਸੇ ਸਿੱਧੂ ਕਰ ਰਿਹਾ, ਨਿਕਲਣਾ ਕੁਛ ਨਹੀਂ। ਸਾਰੇ ਕਹਿੰਦੇ ਕਿ ਸਾਨੂੰ ਸਰਕਾਰ ਦੇ ਵਿੱਚ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਗਿਆ, ਦਲਿਤ ਜਿਹੜੇ ਵਿਧਾਇਕ ਨੇ, ਤੇ ਉਹਨਾਂ ਨਾਲ ਲੋਕਾਂ ਦਾ ਕੀ ਸਮਰ ਗਿਆ?
ਇਹਨਾਂ ਨੂੰ ਦਿੱਤਾ ਜਾਣਾ ਹੈ ਤੇ ਉਹ ਆਹੀ ਫਿਰ ਅੱਗੇ ਗੇਮ ਇਹੀ ਪੱਤੇ ਖੇਡੇ ਜਾ ਰਹੇ ਨੇ, ਕਦੇ ਕੋਈ ਮਸਲਾ ਲੈ ਲੈਂਦੇ ਨੇ, ਕਦੇ ਕੋਈ ਮਸਲਾ ਲੈ ਲੈਂਦੇ ਨੇ। ਹੁਣ ਮਤਲਬ ਕਹਿਣ ਦਾ ਭਾਵ ਹੈ ਲਿਸਟ ਤੁਸੀਂ ਬਣਾਈ ਜਾਓ ਉਹਨਾਂ ਚੀਜ਼ਾਂ ਦੀ, ਲੋਕਾਂ ਨੂੰ ਚਾਹੀਦਾ ਕਿ ਲਿਸਟ ਬਣਾ ਲੈਣ, ਫਿਰ ਜਿਹੜੇ ਪਿਛਲੀ ਸਰਕਾਰ ਵੇਲੇ ਵਾਅਦੇ ਹੋਏ ਸੀ ਉਹਨਾਂ ਨਾਲ ਮਿਲਾਨ ਕਰ ਲੈਣ, ਨਵੇਂ ਵਾਅਦੇ ਹੋਣਗੇ ਸਾਰੇ ਪਿਛਲੇ ਤਾਂ ਕੋਈ ਜਿਹੜਾ ਮਾੜਾ ਮੋਟਾ ਲੱਗਿਆ ਕਿ ਥੋੜਾ ਬਹੁਤਾ 10% ਅਸੀਂ ਕੀਤਾ ਕੰਮ ਉਹ ਲੈ ਲੈਣਗੇ, ਅਦਰਵਾਈਜ਼ ਬਾਕੀ ਉਹ ਪਿਛਲੇ ਛੱਡੇ ਜਾਣੇ ਆ, ਅਗਲੇ ਨਵੇਂ ਲੈ ਲੈਣੇ ਇਹਨਾਂ ਨੇ, ਉਹਨਾਂ ਦੇ ਉੱਤੇ ਫੇਰ ਦੁਬਾਰੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਊਗੀ, ਨਵੇਂ ਬੰਦੇ ਖੜੇ ਕਰਕੇ ਕਿਸੇ ਦੇ ਇੱਕ ਅੱਧੇ ਤੇ ਕਾਰਵਾਈ ਕਰਤੀ ਜੀ, ਦਿਖਾ ਦੇਣਾ ਕਿ ਅਸੀਂ ਬਹੁਤ ਸੁਹਿਰਦ ਹਾਂ ਪੰਜਾਬ ਦੇ ਲੋਕਾਂ ਦੇ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਵੀ ਪਰਮਿੰਦਰ ਜੀ ਕਿਸਾਨੀ ਦੇ ਨਾਲ ਜੁੜੀ ਹੈ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਸਰਕਾਰ ਨੇ ਵਿਧਾਨ ਸਭਾ 'ਚ ਮਤਾ ਜਿਹੜਾ ਲਿਆਂਦਾ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਇਹਨੂੰ ਕਿੱਦਾਂ ਦੇਖਦੇ ਹੋ ਕਿ ਕਿਸਾਨਾਂ ਦੇ ਅੰਦੋਲਨ ਨੂੰ 8 ਮਹੀਨੇ ਹੋ ਗਏ, ਉਧਰੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੈ, ਆਮ ਆਦਮੀ ਪਾਰਟੀ ਦੀ ਨਜ਼ਰ ਪੰਜਾਬ ਤੇ ਵੀ ਹੈ, ਇੱਥੇ ਪਤਾ ਹੈ ਕਿ ਕਿਸਾਨ ਜਿਹੜੇ ਨੇ ਉਹ ਫੈਸਲਾਕੁਨ ਸਾਬਤ ਹੋਣਗੇ 2022 ਦੀ ਇਲੈਕਸ਼ਨ ਦੇ ਵਿੱਚ, ਇਹ ਸਾਰਾ ਕੁਝ ਕਿਤੇ ਉਧਰ ਨੂੰ ਤਾਂ ਨਹੀਂ ਜੁੜਦਾ ਨਜ਼ਰ ਆ ਰਿਹਾ? ਸੁਖਵਿੰਦਰ ਜੀ, ਆਪਣਾ ਮਨੋਰਥ ਤਾਂ ਛੁਪਿਆ ਹੀ ਹੁੰਦਾ ਹੈ ਹਰ ਇੱਕ ਬੰਦੇ ਦੇ ਵਿੱਚ, ਇਹਦੇ ਵਿੱਚ ਕਿਹੜੀ ਗੱਲ ਹੈ? ਆਪਾਂ ਮੁਨਕਰ ਹੀ ਨਹੀਂ ਹੋ ਸਕਦੇ, ਕੁਦਰਤੀ ਹੈ ਤਾਂ। ਉਹ ਚਾਹੇ ਕੋਈ ਪਾਰਟੀ ਹੈ ਚਾਹੇ ਕੋਈ ਬੰਦਾ ਹੈ, ਉਹਨਾਂ ਦਾ ਨਿੱਜੀ ਮਨੋਰਥ ਤਾਂ ਕਿਤੇ ਨਾ ਕਿਤੇ ਕੰਮ ਕਰ ਰਿਹਾ ਹੁੰਦਾ, ਕੁਛ ਕਿਸੇ ਵੀ ਕੰਮ ਦੇ ਉੱਤੇ ਆਪਾਂ ਕਹੀਏ, ਤਾਂ ਉਹਨੂੰ ਆਪਾਂ ਕਦੇ ਉਹ ਨਹੀਂ ਦਰਕਨਾਰ ਨਹੀਂ ਉਹਨੂੰ ਕੀਤਾ ਜਾ ਸਕਦਾ, ਉਹਨੂੰ ਪਾਸੇ ਨਹੀਂ ਰੱਖਿਆ ਜਾ ਸਕਦਾ, ਉਹ ਹੈ। ਲੇਕਿਨ ਦੂਜੀ ਗੱਲ, ਜੇ ਇਹ ਪਿਰਤ ਪਈ ਹੈ ਤਾਂ ਇਹ ਜ਼ਰੂਰੀ ਹੈਗਾ, ਹੁਣ ਲੋੜ ਵੀ ਹੈਗੀ ਹੈ, ਕਿਸਾਨਾਂ ਨੂੰ ਵੀ ਲੋੜ ਹੈਗੀ ਹੈ। ਏਦਾਂ ਦੇ ਮਤੇ ਜੇ ਸਾਰੀਆਂ ਸਰਕਾਰਾਂ ਪਾ ਦਿੰਦੀਆਂ ਨੇ, ਆਪਾਂ ਪਹਿਲੇ ਦਿਨ ਤੋਂ ਇਹ ਗੱਲ ਕਰ ਰਹੇ ਹਾਂ ਕਿ ਜੇ ਭਾਜਪਾ ਵਿਰੋਧੀ ਜਿਹੜੀਆਂ ਸਰਕਾਰਾਂ ਨੇ ਸੂਬਿਆਂ ਦੇ ਵਿੱਚ, ਜੇ ਉਹ ਇਕੱਠੀਆਂ ਹੋ ਕੇ ਏਦਾਂ ਦੀ ਗੱਲ ਕਰਨ ਤਾਂ ਸਰਕਾਰ ਤੇ ਦਬਾਅ ਹੋਰ ਵਧੇਗਾ। ਆ ਜਿਹੜੇ ਹੁਣ ਪੰਜਾਬ ਵਾਲੇ ਰੌਲਾ, ਇੱਥੇ ਵੀ ਤਾਂ ਰੌਲਾ ਪਾ ਹੀ ਰਹੇ ਨੇ, ਇਹਨਾਂ ਨੇ ਵੀ ਪਵਾ ਦੇਣਾ ਆ ਚੋਣਾਂ ਦੇ ਨੇੜੇ ਜਾ ਕੇ ਕੈਪਟਨ ਨੇ ਹੋਰ ਤਰੀਕੇ ਨਾਲ ਕਰ ਦੇਣੀ ਇਹ ਗੱਲ ਕਿ ਅਸੀਂ ਬੜੇ ਹਮਾਇਤੀ ਹਾਂ। ਨਿੱਜੀ ਮਨੋਰਥ ਵੱਖਰੀ ਗੱਲ ਹੈ, ਉਹ ਛੁਪਿਆ ਹੁੰਦਾ ਤੇ ਉਹ ਆਪਾਂ ਕਹਿ ਲਓ ਕਿ ਉਹਦੇ ਤਹਿਤ ਜੇ ਭਲਾ ਹੋ ਰਿਹਾ ਕੁਝ, ਚਲੋ ਮੰਨ ਲਿਆ ਕਿ ਇੱਕ ਸਰਕਾਰ ਨੇ ਤਾਂ ਪਾਤਾ, ਦੂਜੀ ਸਰਕਾਰ ਨੂੰ ਦੇਖ ਕੇ ਹੋ ਸਕਦਾ ਕੋਈ ਹੋਰ ਸੂਬਾ ਖੜਾ ਹੋ ਜਿੱਦਾਂ, ਤੇ ਹੋ ਸਕਦਾ ਉਹ ਤੋਂ ਬਾਅਦ ਕੋਈ ਦੋ ਚਾਰ ਹੋਰ ਸੂਬੇ ਆ ਜਾਣ, ਤਾਂ ਉਹਦੇ ਨਾਲ ਬਲ ਹੀ ਮਿਲਦਾ ਹੁੰਦਾ, ਇੱਕ ਤਰ੍ਹਾਂ ਨਾਲ ਸਪੋਰਟ ਮਿਲਦੀ ਹੈ ਕਿ ਚਲੋ ਕਿਤੇ ਨਾ ਕਿਤੇ ਇਹ ਗੱਲ ਸਾਬਤ ਹੋਣੀ ਸ਼ੁਰੂ ਹੋ ਗਈ ਦੂਜੀਆਂ ਸਟੇਟਾਂ ਦੇ ਵਿੱਚ ਵੀ ਕਿ ਜਿਹੜੇ ਕਿਸਾਨ ਨੇ ਸਹੀ ਬੈਠੇ ਨੇ। ਕੱਲ ਨੂੰ ਜੇ ਕਿਤੇ ਸਰਕਾਰ ਧੱਕਾ ਕਰਨਾ ਚਾਹੁੰਦੀ ਹੈ ਜਾਂ ਕੋਈ ਹੋਰ ਗੱਲ ਕਰਨਾ ਚਾਹੁੰਦੀ ਹੈ, ਜਾਂ ਜਿਹੜੇ ਬਲੇਮ ਲੱਗੇ ਨੇ ਹੁਣ ਤੱਕ ਉਹ ਦੁਬਾਰਾ ਫੇਰ ਵੱਡੇ ਲੈਵਲ ਤੇ ਕਿਸੇ ਲੈ ਕੇ ਆ ਕੇ ਉਹਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ, ਤਾਂ ਲੋਕਾਂ ਨੂੰ ਪਤਾ ਤਾਂ ਲੱਗੇਗਾ ਨਾ, ਉਹ ਸਰਕਾਰਾਂ ਤਾਂ ਬੋਲਣਗੀਆਂ ਹੀ ਨਾ ਕਿ ਫਿਰ ਜੇ ਇਹ ਗੰਦੇ ਸੀ ਬੰਦੇ ਸੀ, ਜੇ ਅੱਤਵਾਦੀ ਸੀ ਜਾਂ ਖਾਲਿਸਤਾਨੀ ਸੀ ਜਾਂ ਨਕਸਲਵਾਦੀ ਸੀਗੇ ਜਾਂ ਹਿੰਸਕ ਸੀਗੇ, ਜਿਹੜਾ ਅੱਜ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਫਿਰ ਤੁਸੀਂ ਮਤਾ ਕਿਉਂ ਪਾਇਆ ਸੀ ਵਿਧਾਨ ਸਭਾ ਦੇ ਵਿੱਚ? ਉਹ ਗੱਲਾਂ ਉਹ ਮਤਲਬ ਐ ਕਹਿ ਲਓ ਕਿ ਉਹ ਕਿਸਾਨਾਂ ਦੀ ਪਿੱਠ ਤੇ ਇਹ ਚੀਜ਼ ਜਿਹੜੀ ਹੈ ਕਿ ਇੱਕ ਸਪੋਰਟ ਬਣ ਕੇ ਖੜੇ ਕੀ ਇਹ ਅੰਦੋਲਨ ਦੀ, ਤੇ ਉਹ ਹੋਣੀ ਵੀ ਚਾਹੀਦੀ ਹੈ। ਹੋਰ ਨਾ ਸੂਬਿਆਂ ਨੂੰ ਵੀ ਏਦਾਂ ਦੀ ਗੱਲ ਹੈ ਜਿਹੜੀ ਕਿਸਾਨਾਂ ਦੇ ਹੱਕ ਦੇ ਵਿੱਚ ਏਦਾਂ ਦੀ ਆਵਾਜ਼ ਬੁਲੰਦ ਕਰਨੀ। ਜੀ ਸਕੂਨ ਜੀ ਜੀ ਬਿਲਕੁਲ। ਅਗਲੀ ਖਬਰ ਜਿਹੜੀ ਉਹ ਆਖਰੀ ਹੈ ਕਿ ਖੇਡਾਂ ਦੇ ਨਾਲ ਜੁੜੀ ਹੈ। ਟੋਕੀਓ ਓਲੰਪਿਕ ਚੱਲ ਰਿਹਾ, ਉੱਥੇ ਭਾਰਤੀ ਹਾਕੀ ਟੀਮ ਦੀ ਜਿਹੜੀ ਉਹ ਆਪਾਂ ਦੇਖ ਸਕਦੇ ਹਾਂ ਕਿ ਬੜੇ ਵਧੀਆ ਤਰੀਕੇ ਦੇ ਨਾਲ ਭਾਰਤੀ ਹਾਕੀ ਟੀਮ ਜਿਹੜੀ ਆ ਉਹ ਚੱਲ ਰਹੀ ਆ। ਇਧਰਲੇ ਪਾਸੇ ਪੰਜਾਬ ਦੇ ਜਿਹੜੇ ਖੇਡ ਮੰਤਰੀ ਨੇ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਕੱਲੇ ਖਿਡਾਰੀ ਨੂੰ ਅਸੀਂ 2.25 ਕਰੋੜ ਰੁਪਇਆ ਦੇਵਾਂਗੇ, ਜਿਹੜੇ ਹਾਕੀ ਦੇ ਵਿੱਚ ਜਿੱਤ ਕੇ ਆਣਗੇ, 골ਡ ਮੈਡਲ ਲੈ ਕੇ ਆਣਗੇ। ਖਿਡਾਰੀਆਂ ਦੀ ਜੇ ਦਸ਼ਾ ਦੀ ਗੱਲ ਕਰ ਲਈ ਜਾਵੇ ਤਾਂ ਅੱਜ ਤੱਕ ਮੇਰੇ ਖਿਆਲ 'ਚ ਕੋਈ ਇਹੋ ਜਿਹੀ ਪ੍ਰਾਪਤੀ ਜਿਹੜੀ ਹੈ ਉਹ ਪੰਜਾਬ ਦੇ ਖਿਡਾਰੀਆਂ ਨੇ ਨਹੀਂ ਕੀਤੀ, ਜਿਹੜੀ ਸਰਕਾਰ ਜਿਹਦੇ ਕਹੇ ਕਿ ਅਸੀਂ ਇਹਨਾਂ ਨੂੰ ਹੌਸਲਾ ਦਿੱਤਾ ਸੀ, ਅਸੀਂ ਖਿਡਾਰੀਆਂ ਦੇ ਲਈ ਆਹ ਕੁਝ ਕਰ ਦਿੱਤਾ। ਇਹਨੂੰ ਕਿੱਦਾਂ ਦੇਖਦੇ ਹੋ ਕਿ ਕਰਨਾ ਤਾਂ ਖਿਡਾਰੀਆਂ ਲਈ ਵੀ ਚਾਹੀਦਾ, ਇਸ ਪਾਸੇ ਵੱਲ ਵੀ ਜਦੋਂ ਤੁਸੀਂ ਨਸ਼ਾ ਮੁਕਤੀ ਦੀ ਗੱਲ ਕਰਦੇ ਹੋ, ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾਏਗਾ, ਜੇ ਉਹ ਖਿਡਾਰੀ ਬਣਨਗੇ ਕੋਈ ਪੰਜਾਬ ਦਾ ਨਾਮ ਵੀ ਰੋਸ਼ਨ ਕਰਨਗੇ ਤੇ ਕਿਤੇ ਨਾ ਕਿਤੇ ਮਾਪਿਆਂ ਦਾ ਨਾਮ ਵੀ ਰੋਸ਼ਨ ਕਰਨਗੇ। ਸੁਖਵਿੰਦਰ ਜੀ, ਪੰਜਾਬ ਜੇ ਇਹਦਾ ਇਤਿਹਾਸ ਫਰੋਲਿਆ ਜਾਵੇ ਤੁਸੀਂ ਦੇਖੋਗੇ ਕਿ ਬੜੇ ਗੱਭਰੂ ਜਵਾਨ ਹੈ, ਕਹਿ ਲਓ ਕਿ ਸਡੌਲ ਸਰੀਰ ਵਾਲੇ, ਕੰਮਕਾਰ ਕਰਨ ਵਾਲੇ, ਡੌਲਿਆਂ 'ਚ ਜਾਨ ਕਹਿ ਲਓ ਆਪਾਂ, ਏਦਾਂ ਦੇ ਗੀਤਾਂ ਦੇ ਵਿੱਚ ਵੀ ਤੁਸੀਂ ਸੁਣਿਆ ਹੀ ਹੋਊਗਾ, ਤੇ ਖੇਤਾਂ 'ਚ ਕੰਮ ਕਰਨ ਵਾਲੇ, ਭਾਰ ਵਾਲਾ ਕੰਮ ਕਰਨ ਵਾਲੇ, ਜਾਂ ਆਪਾਂ ਕਹਿ ਲਈਏ ਕਿ ਯੋਧੇ ਮੰਨੇ ਗਏ ਆ, ਇਹ ਜਾਂਬਾਜ਼ ਮੰਨੇ ਗਏ ਆ, ਨਿਡਰ ਮੰਨੇ ਗਏ ਆ। ਪਰ ਜਿੱਦਾਂ ਸਰਕਾਰਾਂ ਨੇ ਇਹਨਾਂ ਨੂੰ ਰੋਲਿਆ ਨਾ, ਉਹ ਕਿਸੇ ਤੋਂ ਆਪਾਂ ਕਹਿ ਲਓ ਕਿ ਲੁਕੀ ਛਿਪੀ ਗੱਲ ਨਹੀਂ ਹੈਗੀ। ਅੱਜ 골ਡ ਮੈਡਲ ਲੈ ਕੇ ਆਉਣ ਤੋਂ ਬਾਅਦ ਕਿਹਾ ਜਾ ਰਿਹਾ ਇਨਾਮ ਦਿਆ ਜਾਊਗਾ। ਅਸੀਂ ਤਾਂ ਚਾਹੁੰਦੇ ਹਾਂ, ਪਹਿਲਾਂ ਤਾਂ ਸ਼ਾਬਾਸ਼ ਹੀ ਹੈ ਇਸ ਗੱਲ ਦੀ, ਜੇ ਏਦਾਂ ਦਾ ਕੋਈ ਫੈਸਲਾ ਅਸੀਂ ਸਵਾਗਤ ਕਰਦੇ ਹਾਂ।
ਹੌਸਲਾ ਵੀ ਮਿਲਦਾ ਹੈ ਤੇ ਹੱਲਾਸ਼ੇਰੀ ਮਿਲਦੀ ਹੈ, ਉੱਥੇ ਹੌਸਲੇ ਨਾਲ ਖੇਡਣਗੇ ਉਹ। ਲੇਕਿਨ ਅਸੀਂ ਕਹਿੰਦੇ ਕਿ ਹਰ ਇੱਕ ਖਿਡਾਰੀ ਨੂੰ ਦਿੱਤਾ ਜਾਣਾ ਚਾਹੀਦਾ ਪੈਸਾ। ਉਹ ਜਿੱਤ ਕੇ ਆਉਣਾ ਤਾਂ ਠੀਕ ਹੈ, ਜਿੱਤ ਕੇ ਹਰ ਇੱਕ ਚਾਹੁੰਦਾ ਜਿੱਤੇ, ਕੌਣ ਕੀ ਖਿਡਾਰੀ ਕਿਹੜਾ ਨਹੀਂ ਚਾਹੁੰਦੇ ਕਿ ਅਸੀਂ ਜਿੱਤ ਕੇ ਆਈਏ। ਲੇਕਿਨ ਜੇ ਕੋਈ ਨਹੀਂ ਵੀ ਕਿਸੇ ਕਾਰਨ ਕੋਈ ਕਿਸੇ ਕਾਰਨ ਨਹੀਂ ਵੀ ਜਿੱਤ ਸਕਦਾ, ਉਹਨਾਂ ਨੂੰ ਵੀ ਆਉਂਦਿਆਂ ਨੂੰ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ, ਉਹਨਾਂ ਨੂੰ ਪੈਸੇ ਦੇਣੇ ਚਾਹੀਦੇ, ਉਹਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ। ਪਿਛਲੇ ਦਿਨ ਤੁਸੀਂ ਦੇਖਿਆ ਨੀ ਖਿਡਾਰੀਆਂ ਦਾ, ਆ ਜਦੋਂ ਦੋ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੀ ਗੱਲ ਤੁਰੀ ਸੀ, ਕਿੰਨੇ ਖਿਡਾਰੀ ਆ ਗਏ ਸੀਗੇ ਸਾਹਮਣੇ, ਵਿਚਾਰੇ ਵਾਂਝੇ ਫਿਰਦੇ ਨੇ। ਹੈਂਡੀਕੈਪਡ ਲੋਕ ਜਿਹੜੇ ਆਪਾਂ ਕਹਿ ਲਓ ਆਪਾਂ ਕਹਿ ਲਓ ਉਹਨਾਂ ਨੂੰ ਦਿਵਿਆਂਗ ਕਿਹਾ ਜਾਂਦਾ ਹੈ, ਜਿਹੜੇ ਉਹ ਖਿਡਾਰੀ ਵੀ ਸੀਗੇ, ਉਹਨਾਂ ਕੋਲ ਮੈਡਲ ਵੀ ਸੀਗੇ, ਉਹ ਕਹਿੰਦੇ ਸਾਨੂੰ ਨੌਕਰੀਆਂ ਨਹੀਂ ਮਿਲਦੀਆਂ, ਉਹ ਧੱਕੇ ਖਾ ਰਹੇ ਨੇ। ਉਹਨਾਂ ਨੂੰ ਕੌਣ ਸਾਂਭੂਗਾ? ਜੇ ਤੁਸੀਂ ਉਹਨਾਂ ਨੂੰ ਸਾਂਭੋਗੇ, ਨਵੇਂ ਖਿਡਾਰੀ ਆਪਣੇ ਆਪ ਪੈਦਾ ਹੋਣਗੇ, ਅੱਛੇ ਕੋਚ ਸਕੂਲ ਲੈਵਲ ਤੋਂ ਤੁਹਾਨੂੰ ਤੁਸੀਂ ਸਿੱਖਿਆ ਦੇਣੀ ਸ਼ੁਰੂ ਕਰੋ, ਉਹਨਾਂ ਨੂੰ ਉਹਨਾਂ ਦੀ ਸਰੀਰਕ ਕੁਸ਼ਲਤਾ ਨੂੰ ਦੇਖਦੇ ਉਹਨਾਂ ਨੂੰ ਗੇਮਸ ਦੇ ਵਿੱਚ ਪਾਓ, ਅੱਛੇ ਟੀਚਰ ਦਿਓ ਉਹਨਾਂ ਨੂੰ, ਅੱਛੇ ਕੋਚ ਦਿਓ, ਉਹਨਾਂ ਦਾ ਖਰਚ ਸਰਕਾਰ ਚੱਕੇ, ਮੈਡਲ ਕਿਉਂ ਨਹੀਂ ਆਉਣਗੇ? ਬਾਕੀ ਦੇਸ਼ਾਂ ਦੇ ਵਿੱਚ ਆਹੀ ਹੁੰਦਾ। ਇਹ ਬਸ ਮੈਂ ਉਹੀ ਪਹਿਲਾਂ ਵੀ ਗੱਲ ਕੀਤੀ ਸੀ, ਜਿਵੇਂ ਟਰਾਂਸਪੋਰਟ ਦੀ, ਟਰਾਂਸਪੋਰਟ ਏਦਾਂ ਮਹਿਕਮਾ ਵੀ ਹੈਗਾ, ਮੰਤਰੀ ਵੀ ਹੈਗਾ, ਏਦਾਂ ਹੀ ਖੇਡ ਮਹਿਕਮਾ ਵੀ ਹੈਗਾ, ਖਿਡਾਰੀ ਵੀ ਹੈਗੇ ਨੇ ਤੇ ਖੇਡ ਮੰਤਰੀ ਵੀ ਹੈਗੇ ਨੇ, ਫੰਡ ਵੀ ਹੈਗਾ। ਲੇਕਿਨ ਫੰਡ ਜਾਂਦਾ ਕਿੱਧਰ ਹੈ, ਇਹ ਬਸ ਇੰਨਾ ਕੀ ਪਤਾ ਹੈ। ਇਹੀ ਨਹੀਂ ਗੱਲ ਸਮਝ ਆਉਂਦੀ ਕਿ ਇਹਨਾਂ ਦੇ ਇਹ ਜਿਹੜੇ ਆਹ ਡਿਪਾਰਟਮੈਂਟ ਘਾਟੇ 'ਚ ਜਾ ਰਹੇ ਨੇ, ਜਾਂ ਕੋਈ ਮੈਡਲ ਜਿੱਦਾਂ ਖਿਡਾਰੀ ਹੋ ਗਿਆ, ਇਹ ਸਪੋਰਟਸ ਵਿਭਾਗ ਹੋ ਗਿਆ, ਇਹ ਖਿਡਾਰੀ ਇਹ ਮੈਡਲ ਕਿਉਂ ਨਹੀਂ ਆਉਂਦੇ ਇਹਨਾਂ ਨੂੰ? ਇਹਨਾਂ 'ਚ ਜਿਵੇਂ ਫੰਡ ਦੀ ਘਾਟ ਹੈ ਜਾਂ ਕੁਛ ਹੋਰ ਗੱਲ ਹੈ, ਇਹ ਕਿੱਥੇ ਸਰਕਾਰ ਇਹਨਾਂ ਦੇ ਪ੍ਰਤੀ ਚਿੰਤਿਤ ਹੈ ਜਾਂ ਨਹੀਂ ਹੈ? ਯੂਨੀਵਰਸਿਟੀਆਂ ਬਣਾ ਦੀਆਂ ਜੀ ਅਸੀਂ, ਫਲਾਣਾ ਕਰਤਾ ਜੀ ਅਸੀਂ, ਸਟੇਡੀਅਮ ਬਣਾ ਦੇ ਜੀ। ਉਹ ਇਕੱਲੇ ਉਹੀ ਨਹੀਂ ਚਾਹੀਦੇ, ਇੰਫਰਾਸਟਰਕਚਰ ਦੇ ਨਾਲ ਨਾਲ ਅੱਛੇ ਕੋਚ ਵੀ ਪ੍ਰੋਵਾਈਡ ਕਰਾਓ, ਖਿਡਾਰੀਆਂ ਨੂੰ ਖੁਰਾਕਾਂ ਦਿਓ, ਖਿਡਾਰੀਆਂ ਨੂੰ ਰੁਜ਼ਗਾਰ ਦੀ ਚਿੰਤਾ ਨਾ ਹੋਵੇ। ਉਹ ਕਹਿਣ ਵੀ ਸਾਡਾ ਰੁਜ਼ਗਾਰ ਹੀ ਤਾਂ ਹੈ ਜੀ, ਅਸੀਂ ਜਾਨ ਲਾ ਕੇ ਕਰੀਏ, ਡੈਡੀਕੇਟਡ ਹੋ ਕੇ ਅਸੀਂ ਮੈਡਲ ਜਿੱਤੀਏ, ਸਾਨੂੰ ਸਰਕਾਰ ਹੋਰ ਉੱਤੇ ਚੱਕੇ, ਉਹਨਾਂ ਨੂੰ ਦੇਖ ਕੇ ਉਹ ਪ੍ਰੇਰਨਾ ਦਾ ਸਰੋਤ ਬਣਨ ਦੂਜੇ ਖਿਡਾਰੀਆਂ ਦੇ ਲਈ। ਪੰਜਾਬ ਸੂਬਾ ਇਹੋ ਜਿਹਾ ਬਣੇ, ਪੰਜਾਬ ਦੇ ਵਿੱਚੋਂ ਇਸ ਤਰ੍ਹਾਂ ਦੇ ਖਿਡਾਰੀ ਪੈਦਾ ਕਰੇ ਜਾਣ ਕਿ ਦੇਸ਼ ਦੇ ਦੂਜੇ ਸੂਬੇ ਜਿਹੜੇ ਹੈਗੇ ਉਹ ਦੇਖਣ ਵੀ ਕੀ ਕਰਦੇ ਨੇ, ਏਦਾਂ ਦੇ ਖਿਡਾਰੀ ਕਿਵੇਂ ਪੈਦਾ ਕਰ ਦਿੰਦੇ ਨੇ। ਲੇਕਿਨ ਕਰੇਗਾ ਕੌਣ? ਚਲੋ ਠੀਕ ਹੈ, ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ ਕਿ ਜੇ ਉਹ ਗੋਲਡ ਮੈਡਲ ਲੈ ਕੇ ਆਉਂਦਾ, 2.25 ਕਰੋੜ ਦੀ ਗੱਲ ਕੀਤੀ ਹੈ, ਅਸੀਂ ਕਹਿੰਦੇ ਜੇ ਉਹ ਸਿਲਵਰ ਵੀ ਲੈ ਆਉਂਦੇ ਆ ਤਾਂ 2 ਕਰੋੜ ਦੇ ਦੋ, 1.5 ਦੇ ਦੋ, ਜੇ ਉਹ ਬ੍ਰੌਂਜ਼ ਵੀ ਲਿਆਉਂਦੇ ਆ ਤਾਂ ਕਰੋੜ ਦੇ ਦੋ। ਉਹਨਾਂ ਨੂੰ ਦੇਖ ਕੇ ਉਹਨਾਂ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਖਿਡਾਰੀ ਅੱਗੇ ਆਉਣ। ਬਹੁਤ ਜ਼ਿਆਦਾ ਟੈਲੈਂਟ ਪਿਆ ਪੰਜਾਬ ਦੇ ਵਿੱਚ ਸੁਖਿੰਦਰ ਜੀ, ਸੰਭਾਲਣ ਦੀ ਲੋੜ ਹੈ, ਉਹਨਾਂ ਤੇ ਕੰਮ ਕਰਨ ਦੀ ਲੋੜ ਹੈ, ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਹੈ। ਉਹ ਤਾਂ ਵਿਚਾਰੇ ਡੁੱਬੇ ਹੀ ਗਰੀਬੀ ਦੇ ਵਿੱਚ ਬੈਠੇ ਨੇ, ਉਹਨਾਂ ਦਾ 2 ਵਕਤ ਦੀ ਰੋਟੀ ਦਾ ਫਿਕਰ ਹੈ। ਜੇ ਕਿਤੇ ਸੱਚੀ ਮੁੱਚੀ ਸ਼ਹਿਰਦ ਹੋ ਜਾਣ, ਸਿੱਖਿਆ ਤੇ ਔਰ ਸਪੋਰਟਸ ਤੇ ਪੈਸਾ ਲਾ ਦੇਵੇ ਸਰਕਾਰ, ਉਹਨਾਂ ਨੂੰ ਸਾਂਭ ਲਵੇ ਖਿਡਾਰੀਆਂ ਨੂੰ, ਮਜਾਲ ਹੈ ਕੋਈ ਆਪਾਂ ਕਹਿ ਦਈਏ ਕਿ ਪੰਜਾਬ ਅੱਗੇ ਨਾ ਆਵੇ ਖੇਡਾਂ ਦੇ ਵਿੱਚ, ਸਰਮੌਰ ਹੋ ਕੇ ਨਿਕਲੂਗਾ। ਪੰਜਾਬ ਦੇ ਲੋਕਾਂ 'ਚ ਇੰਨੀ ਜਾਨ ਹੈ, ਖਿਡਾਰੀਆਂ 'ਚ ਇੰਨੀ ਜਾਨ ਹੈ, ਇਹਨਾਂ ਨੇ ਪਛਾਣਿਆ ਹੀ ਨਹੀਂ ਟੈਲੈਂਟ। ਮੈਂ ਇੱਕ ਛੋਟੀ ਜਿਹੀ ਗੱਲ ਕਰਦਾ, ਕਿਸੇ ਕੋਚ ਨਾਲ ਗੱਲ ਹੋ ਰਹੀ ਸੀ, ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਨੇਜਾ ਸਿੱਟਣ ਵਾਲੇ, ਡਿਸਕ ਥਰੋ ਕਰਨ ਵਾਲੇ ਜਾਂ ਗੋਲਾ ਸੁੱਟਣ ਵਾਲੇ ਇਹ ਖਿਡਾਰੀ ਕਿੱਥੋਂ ਆਉਂਦੇ ਨੇ? ਕਹਿੰਦੇ ਸ਼ਹਿਰਾਂ ਦੇ ਮੁੰਡੇ ਨੇ। ਮੈਂ ਕਿਹਾ ਜੀ ਇਹਨਾਂ ਨੇ ਕੀ ਸਿੱਟਣਾ? ਕਹਿੰਦਾ ਕੀ ਗੱਲ? ਮੈਂ ਕਿਹਾ ਪਿੰਡਾਂ ਤੋਂ ਲੈ ਕੇ ਆਓ, ਜਿਹੜੇ ਖੜ ਕੇ ਟੋਭੇ ਦੇ ਵਿੱਚ ਰੋੜਾ ਮਾਰਦੇ ਆ, ਉਹਨਾਂ ਦੇ ਬਾਹਾਂ 'ਚ ਕਿੰਨੀ ਜਾਨ ਆ, ਉਹ ਨੇਜਾ ਸਿੱਟਣਗੇ। ਉਹਨਾਂ ਨੂੰ ਟੈਕਨੀਕ ਦਿਓ। ਕਹਿੰਦੇ ਸਾਨੂੰ ਪਤਾ ਹੈ। ਮੈਂ ਕਿਹਾ ਫਿਰ? ਕਹਿੰਦੇ ਕਰੂਗਾ ਕੌਣ? ਜੇ ਅਸੀਂ ਲੱਭ ਕੇ ਲਿਆਉਣ ਲੱਗ ਗਏ ਸੀਗੇ, ਉਹ ਅਸੀਂ ਇਸੇ ਜੋਗੇ ਰਹਿ ਜਾਵਾਂਗੇ। ਇਹ ਅੱਗੇ ਆਉਣ ਨਹੀਂ ਦਿੰਦੇ, ਸਰਕਾਰਾਂ ਇਸ ਵੱਲ ਧਿਆਨ ਨਹੀਂ ਦਿੰਦੀਆਂ। ਕਹਿੰਦਾ ਚਾਹੀਦਾ ਤਾਂ ਇਹ ਸੀ ਵੀ ਸਕੂਲ ਲੈਵਲ ਤੋਂ ਉਹਨਾਂ ਬੱਚਿਆਂ ਦੀ ਪਛਾਣ ਕਰਕੇ ਅੱਗੇ ਤੋਰਿਆ ਜਾਵੇ, ਉਹਨਾਂ ਨੂੰ ਖੁਰਾਕਾਂ, ਉਹਨਾਂ ਦੀ ਰਹਿਣ ਸਹਿਣ ਅਲੱਗ ਕੱਢਦੀ ਜਾਵੇ ਉਹਨਾਂ ਕੋਲ, ਉਹ ਉਸ ਘਰਾਂ ਤੋਂ ਲੈ ਕੇ ਚੱਕ ਲਿਆਓ ਉਹਨਾਂ ਨੂੰ, ਇੰਨਾ ਸੰਭਾਲੋ। ਕਹਿੰਦਾ ਉਹਨਾਂ ਨੂੰ ਜੇ ਨਾ ਕਹਿੰਦਾ ਮੈਡਲ ਲੈਣਾ, ਕਹਿੰਦਾ ਅਸੀਂ ਜ਼ਿੰਮੇਵਾਰ ਆ, ਕਹਿੰਦਾ ਸਾਨੂੰ ਅਸੀਂ ਜਵਾਬ ਦੇਵਾਂਗੇ, ਸਰਕਾਰ ਪੂਰਾ ਪੈਸਾ ਖਰਚੇ, ਬਾਕੀ ਸਾਡੇ ਤੇ ਛੱਡ ਦਿਓ, ਕਹਿੰਦਾ ਅਸੀਂ ਜ਼ਿੰਮੇਵਾਰ ਹੋਵਾਂਗੇ ਜੇ ਮੈਡਲ ਨਾ। ਤੋ ਗੱਲ ਇਹ ਹੈ ਕਿ ਸੁਹਿਰਦ ਨਹੀਂ ਹੈਗੀਆਂ ਸਰਕਾਰਾਂ। ਆਹ ਦੇ ਕੇ ਚਲੋ ਠੀਕ ਆ, ਹੁਣ ਚੋਣਾਂ ਵੀ ਨੇੜੇ ਆ ਰਹੀਆਂ ਨੇ, ਕਰਤਾ ਅਨਾਊਂਸ, ਵਧੀਆ ਗੱਲ ਹੈ। ਕਿਤੇ ਮੈਂ ਤਾਂ ਕਹਿੰਦਾ ਕਿ ਹਰ ਚੋਣਾਂ ਦੇ ਨੇੜੇ ਤੇੜੇ ਏਦਾਂ ਦੇ ਓਲੰਪਿਕ ਵਗੈਰਾ ਆ ਜਾਣੇ ਚਾਹੀਦੇ ਨੇ, ਜਿੱਥੇ ਕਿਤੇ ਚਲੋ ਖਿਡਾਰੀਆਂ ਦਾ ਤਾਂ ਕਿਤੇ ਸਵਰਦਾ ਹੋਊਗਾ ਕੁਛ ਜੀ। ਬਿਲਕੁਲ ਬਿਲਕੁਲ ਬਿਲਕੁਲ। ਜਿਸ ਤਰੀਕੇ ਦੇ ਨਾਲ ਖਿਡਾਰੀਆਂ ਦੀ ਹਾਲਤ ਹੈ, ਅਸੀਂ ਪੰਜਾਬ ਦੀ ਇਕੱਲੇ ਦੀ ਗੱਲ ਕਰ ਲਈਏ,
ਸਰਕਾਰਾਂ ਇੱਕ ਦੁੱਧ ਕੇਲਾ ਦੇ ਕੇ ਬੜਾ ਵੱਡਾ ਅਹਿਸਾਨ ਕਰਦੀਆਂ ਕਿ ਅਸੀਂ ਖਿਡਾਰੀਆਂ ਨੂੰ ਜੀ ਦੁੱਧ ਕੇਲਾ ਦੇ ਦਿੱਤਾ। ਉਹਦੇ ਲਈ ਵੀ ਕਿਸੇ ਨਾ ਕਿਸੇ ਸਪਾਂਸਰ ਨੂੰ ਲੱਭਦੇ ਨੇ ਕਿ ਉਹ ਖਿਡਾਰੀਆਂ ਨੂੰ ਇਹ ਚੀਜ਼ਾਂ ਜਿਹੜੀਆਂ ਦਿੰਦਾ ਰਹੇ ਤੇ ਨਾਮ ਸਰਕਾਰ ਦਾ ਬਣਦਾ ਰਹੇ। ਜੇ ਕਿਤੇ ਆ ਪਿੱਛੇ ਜਿਹੇ ਇੱਕ ਵੀਡੀਓ ਵਾਇਰਲ ਹੋਈ ਸੀ, ਕੁੜੀ ਝੋਨਾ ਲਾਉਂਦੀ ਸੀ ਨਿੱਕੀ ਜੀ, ਉਹ ਖਿਡਾਰਨ ਸੀ, ਉਹਨੂੰ ਜਦੋਂ ਸਰਕਾਰ ਦੀ ਕਿਰਕਰੀ ਹੋਈ ਤੇ ਜਾ ਕੇ ਇਹਨਾਂ ਨੇ ਠੇਕਾ ਦੇ ਆਧਾਰ ਦੇ ਉੱਤੇ ਉਹਨੂੰ ਕੋਚ ਰੱਖ ਲਿਆ। ਉਹ ਕਹਿੰਦੀ ਮੇਰੀ ਸਿਰਦਰਦੀ ਮੁੱਕੇਗੀ, ਤੁਸੀਂ 10-15 ਹਜ਼ਾਰ ਤੇ ਮੈਨੂੰ ਕੋਚ ਰੱਖ ਰਹੇ ਹੋ, ਮੈਂ ਇਸ ਪਾਸੇ ਵੱਲ ਧਿਆਨ ਦੇਵਾਂਗੀ ਜਾਂ ਫਿਰ ਉਸ ਪਾਸੇ ਵੱਲ ਦੇਵਾਂਗੀ, ਮੈਂ ਖੇਡਣਾ ਚਾਹੁੰਦੀ ਹਾਂ, ਤੁਸੀਂ ਮੈਨੂੰ ਕੋਚ ਬਣਾ ਰਹੇ ਹੋ, ਹੁਣੇ ਹੀ ਉਸ ਪਾਸੇ ਵੱਲ ਨੂੰ ਲੈ ਕੇ ਜਾ ਰਹੇ ਹੋ। ਮਤਲਬ ਕਿ ਬਹੁਤ ਕੁਝ ਇਹੋ ਜਿਹਾ ਜਿਹੜਾ ਖਿਡਾਰੀ ਆਪ ਆਪਣੀ ਹੱਡਬੀਤੀ ਦੱਸਦੇ ਨੇ। ਉਹ ਚਾਹੁੰਦੇ ਨੇ ਕਿ ਅਸੀਂ ਵੀ ਓਲੰਪਿਕ ਵਿੱਚ ਮੈਡਲ ਲਈਏ, ਅਸੀਂ ਵੀ ਦੁਨੀਆ ਦੇ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ। ਪਰ ਸਰਕਾਰਾਂ ਦੀਆਂ ਪਾਲਿਸੀਆਂ ਜਿਹੜੀਆਂ ਨੇ ਉਹ ਇਹਨਾਂ ਦੇ ਹੱਥ ਪੈਰ ਬੰਨੀ ਰੱਖਦੀਆਂ ਨੇ। ਉੱਡਣਾ ਚਾਹੁੰਦੇ ਨੇ, ਉਹ ਵੀ ਉੱਡਣੇ ਸਿੱਖ ਬਣਨਾ ਚਾਹੁੰਦੇ ਨੇ। ਇਜਾਜ਼ਤ ਦਿਓ, ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਸ਼ੁਕਰੀਆ ਪਰਮਿੰਦਰ ਜੀ, ਧੰਨਵਾਦ ਤੁਹਾਡਾ ਸਾਨੂੰ ਸਮਾਂ ਦੇਣ ਲਈ। ਧੰਨਵਾਦ ਜੀ।